ਵਾਹਿਗੁਰੂ ਸਾਹਿਬ ਜੀ ਕਰ ਕਾਗਜ ਨਿਜ ਹਿਰਦੈ ਸੋ ਮੂਸ ਸੁਮਤ ਬਨਾਏ। ਸ੍ਰੀ ਸਤਿਗੁਰੂ ਕੋ ਜਸ ਲਿਖਿਆ ਤਬ ਹੈ ਪਰਮ ਗਤ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਹਲਤ ਪਲਤ ਕੀ ਰਾਖੇ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੇ ਜੀਵਨ ਦੇ ਮਹਾਨ ਪਰਉਪਕਾਰ, ਉਹਨਾਂ ਦੇ ਅਤੀ ਪਾਵਨ ਪਵਿੱਤਰ ਉਪਦੇਸ਼, ਉਹਨਾਂ ਦੇ ਜੀਵਨ ਸੰਬੰਧੀ ਉਹਨਾਂ ਦੇ ਜੀਵਨ ਦੇ ਬੜੇ ਹੀ ਅਲੌਕਿਕ ਕ੍ਰਿਸ਼ਮੇ ਕੌਤਕ ਬੜੇ ਪ੍ਰੇਮ ਨਾਲ ਆਪ ਜੀ ਸਰਵਣ ਕਰਦੇ ਆ ਰਹੇ ਹੋ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੁੱਲ ਦੁਨੀਆ ਦੇ ਤਾਰਨਹਾਰ, ਦੁਨੀਆ ਦਾ ਭ੍ਰਮਣ ਕਰਨ ਤੋਂ ਬਾਅਦ ਕਰਤਾਰਪੁਰ ਸਾਹਿਬ ਵਿਖੇ ਬਿਰਾਜਮਾਨ ਹੋਏ ਹਨ। ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਗੁਰੂ ਕੇ ਸਿੱਖ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਕੋਲੋਂ ਉਪਦੇਸ਼ ਲੈਂਦੇ ਹਨ। ਗੁਰੂ ਜੀ ਨੇ ਗੁਰਸਿੱਖਾਂ ਨੂੰ ਬਹੁਤ ਪਾਵਨ ਪਵਿੱਤਰ ਉਪਦੇਸ਼ ਦਿੱਤਾ। ਕਈ ਦਿਨਾਂ ਤੋਂ ਬੜੀ ਗਿਆਨਮਈ ਚਰਚਾ ਚੱਲ ਰਹੀ ਹੈ, ਜਿਹਦੇ ਵਿੱਚ ਪੰਜ ਤੱਤਵ, ਪੰਜਾਂ ਤੱਤਾਂ ਤੋਂ ਅੱਗੇ 25 ਪ੍ਰਕਿਰਤੀਆਂ ਦਾ ਬਣ ਜਾਣਾ, 3 ਗੁਣ ਰਜੋ ਤਮੋ ਸਤੋ, 3 ਸਰੀਰ ਸਥੂਲ ਸੂਖਸ਼ਮ ਅਤੇ ਕਾਰਨ, ਜੀਵ ਦੀਆਂ 3 ਅਵਸਥਾਵਾਂ ਜਾਗਰਤ ਸੁਪਨ ਸੁਖੋਪਤ, ਆਤਮਾ ਦੇ ਉੱਤੇ ਆਤਮਾ ਨੂੰ ਢੱਕਣ ਵਾਲੇ 5 ਕੋਸ਼, ਅੰਨਮੈ ਕੋਸ਼, ਪ੍ਰਾਣਮੈ ਕੋਸ਼, ਵਿਗਿਆਨਮੈ ਕੋਸ਼, ਮਨੋਮੈ ਕੋਸ਼, ਆਨੰਦਮੈ ਕੋਸ਼। ਇਹਨਾਂ ਸਾਰਿਆਂ ਤੋਂ ਪਾਰ ਆਤਮਾ ਪ੍ਰਾਤਮਾ ਦੀ ਗੱਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖਾਂ ਨੂੰ ਦੱਸੀ ਹੈ, ਔਰ ਨਾਲ ਇਹ ਵੀ ਦੱਸਿਆ ਹੈ ਕਿ ਕੱਲਾ ਗਿਆਨ ਕਈ ਵਾਰ ਬੰਦੇ ਨੂੰ ਗੱਲਾਂ ਹੋ ਜਾਂਦਾ ਗਿਆਨ, ਪਰ ਉਹੀ ਗੱਲਾਂ ਉਹਦੇ ਸਾਥੀ ਵੀ ਸਿੱਖ ਲੈਂਦੇ ਆ। ਜਿਵੇਂ ਕਿਸੇ ਨੂੰ ਬ੍ਰਹਮ ਗਿਆਨ ਹੋ ਗਿਆ, ਉਹ ਕਹਿਣ ਲੱਗ ਪਿਆ ਅਹੰ ਬ੍ਰਹਮਸਮੀ, ਪਰ ਨਾਲ ਦੇ ਚੇਲੇ ਵੀ ਉੱਦਾਂ ਹੀ ਗੱਲੀ ਬਾਤੀ ਕਹਿਣ ਲੱਗ ਜਾਣ, ਮੈਂ ਵੀ ਪ੍ਰਮਾਤਮਾ ਦਾ ਹੀ ਰੂਪ ਹਾਂ, ਮੈਂ ਵੀ ਹਾਂ, ਇਉਂ ਗੱਲ ਨਹੀਂ ਬਣਦੀ। ਮਹਾਰਾਜ ਕਹਿੰਦੇ ਭਗਤੀ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਕੇਵਲ ਕਥਨੀ ਮਾਤਰ ਗੱਲਾਂ ਦੇ ਨਾਲ ਜੋ ਕਰਨੀ, ਉਹ ਤਾਂ ਇਉਂ ਹੈ ਜਦੋਂ ਰੋਗੀ ਬੰਦਾ ਘੀ ਪੀ ਲਏ, ਹੋਵੇ ਰੋਗੀ ਬਾਏ ਪਿੱਤ ਕਫ ਕੋਈ ਰੋਗ ਹੋਵੇ ਅਤੇ ਸੁੱਕਾ ਘੀ ਪੀ ਜਾਏ, ਸਗੋਂ ਹੋਰ ਬਿਮਾਰ ਹੋ ਜਾਏਗਾ। ਪਰ ਜੇਕਰ ਵਿੱਚ ਮਿਸ਼ਰੀ ਮਿਲਾ ਕੇ ਪੀਏ ਅਤੇ ਉਹ ਜਿਹੜਾ ਰੋਗੀ ਹੈ ਉਹ ਵੀ, ਉਹਦੇ ਰੋਗ ਦਾ ਅਸਰ ਨਹੀਂ ਹੋਏਗਾ, ਘੀ ਨਾਲ ਕੋਈ ਨੁਕਸਾਨ ਨਹੀਂ ਹੋਏਗਾ। ਇਸੇ ਪ੍ਰਕਾਰ ਜਿਹੜਾ ਗਿਆਨ ਹੈ ਸਾਰਾ, ਇਹ ਗਿਆਨ ਘੀ ਦੀ ਤਰ੍ਹਾਂ ਹੈ। ਅਗਰ ਇਹਦੇ ਵਿੱਚ ਭਗਤੀ ਰੂਪੀ ਮਿਸ਼ਰੀ ਮਿਲੀ ਹੋਏ ਤਾਂ ਗੁਰਸਿੱਖੋਂ ਸਗੋਂ ਫਾਇਦਾ ਹੁੰਦਾ ਹੈ। ਤਾਂ ਮਹਾਰਾਜ ਨੇ ਗੁਰਸਿੱਖਾਂ ਨੂੰ ਭਗਤੀ ਦੇ ਨਾਲ, ਸਿਮਰਨ ਦੇ ਨਾਲ ਜੋੜ ਕੇ ਬੜੀ ਬਖਸ਼ਿਸ਼ ਕੀਤੀ ਹੈ। ਪਿਛਲੇ ਪ੍ਰਸੰਗਾਂ ਵਿੱਚ ਆਪ ਨੇ ਸੁਣਿਆ ਹੈ। ਆਓ ਅਗਲੇ ਜਿਹੜੇ ਪ੍ਰਸੰਗ ਚੱਲ ਰਹੇ ਹਨ, ਇਹ ਪ੍ਰਸੰਗ ਭਾਈ ਲਹਿਣਾ ਜੀ, ਉਹਨਾਂ ਨੂੰ ਗੁਰਿਆਈ ਮਹਾਰਾਜ ਜੀ ਨੇ ਬਖਸ਼ਿਸ਼ ਕਰਨੀ। ਉਸ ਤੋਂ ਪਹਿਲਾਂ
ਪਹਿਲਾਂ ਵੀ ਬਹੁਤ ਸਾਰੀਆਂ ਪਰਖਾਂ ਹੋ ਗਈਆਂ, ਪਰ ਪਰਿਵਾਰ ਨੂੰ ਆਪਣੇ ਸਾਰੇ ਗੁਰਸਿੱਖਾਂ ਦੇ ਕਹਿਣ ਦੇ ਉੱਤੇ ਉਹਨਾਂ ਨੂੰ ਭਾਈ ਲਹਿਣਾ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਅਤੇ ਲਖਮੀ ਦਾਸ ਦਾ ਆਪਸੀ ਕੀ ਫਰਕ ਹੈ, ਇਹ ਸਾਰਾ ਕੁਝ ਦਿਖਾਉਣ ਦੇ ਲਈ ਮਹਾਰਾਜ ਨੇ ਕੌਤਕ ਕਰਨੇ ਹਨ। ਆਓ ਬੜੇ ਪ੍ਰੇਮ ਦੇ ਨਾਲ, ਇਹ ਬੜਾ ਸਤਿਗੁਰੂ ਜੀ ਦਾ ਅੰਮ੍ਰਿਤਮਈ ਇਤਿਹਾਸ ਹੈ, ਸਰਵਣ ਕਰੀਏ ਜੀ। ਹਾਜ਼ਰੀਆਂ ਲਵਾਉਂਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਕਿਰਪਾ ਨਿਧਾਨਾ। ਕਵੀ ਜੀ ਕਹਿੰਦੇ ਹਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪ ਤੇ ਕਿਰਪਾ ਦੇ ਸਾਗਰ ਹਨ। ਜਾਣੀ ਸਮੁੰਦਰ ਸਾਗਰ ਹੁੰਦਾ ਜਿਹੜਾ ਉਹ ਕਦੇ ਮੁੱਕਦਾ ਨਹੀਂ, ਉਹਦਾ ਪਾਣੀ ਨਹੀਂ ਘਟਦਾ। ਇੱਦਾਂ ਹੀ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਸਾਗਰ ਹਨ। ਇਸ ਤਰੀਕੇ ਜੋ ਆਪਨੇ ਪਿੱਛੇ ਸੁਣ ਲਿਆ ਹੈ ਤਤਵ ਗਿਆਨ, ਜੋ ਵੱਖੋ ਵੱਖਰੇ ਮਤ ਮਤਾਂਤਰਾਂ ਦਾ ਗਿਆਨ ਸੀ, ਗੁਰੂ ਜੀ ਨੇ ਸਾਰਾ ਆਪਣੇ ਗੁਰਸਿੱਖਾਂ ਨੂੰ ਪ੍ਰਗਟ ਕਰਕੇ ਦਿਖਾਇਆ ਹੈ। ਇਉਂ ਸ਼੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਉੱਤੇ ਕੁਝ ਕੁ ਸਮਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਗੁਰਸਿੱਖਾਂ ਨੂੰ ਉਪਦੇਸ਼ ਦੇਣਾ, ਜੀਵਨ ਜਾਚ ਸਿਖਾਉਣੀ, ਪ੍ਰੇਮ ਭਾਵਨਾ ਸ਼ਰਧਾ ਸਿਦਕ ਅੰਦਰ ਪੈਦਾ ਕਰਨ ਦੇ ਲਈ ਸਮਾਂ ਬਤੀਤ ਕੀਤਾ ਹੈ। ਇਹਨਾਂ ਹੋਰ ਬਹੁਤ ਸਾਰੇ ਭਾਵਨਾ ਵਾਲੇ ਗੁਰਸਿੱਖਾਂ ਵਿੱਚ ਭਾਈ ਲਹਿਣਾ ਜੀ ਵੀ ਹਨ, ਜਿਨ੍ਹਾਂ ਦੇ ਉੱਤੇ ਬੜੀ ਕਿਰਪਾ ਹੈ, ਜੋ ਪਹਿਲਾਂ ਹੀ ਧੁਰਦਰਗਾਹ ਤੋਂ ਹੀ ਬਖਸ਼ੇ ਹੋਏ ਹਨ। ਔਰ ਭਾਵੇਂ ਕਿ ਧੁਰਦਰਗਾਹੋਂ ਹੀ ਗੁਰੂ ਰੂਪ ਆਏ ਹਨ, ਪਰ ਫਿਰ ਵੀ ਉਹਨਾਂ ਸਾਧ ਸੰਗਤ ਜੀ ਸੇਵਾ ਐਸੀ ਕੀਤੀ ਜਿਹਨੂੰ ਸਿਰ ਦੀਜਾ ਆਪ ਗਵਾਏ ਵਾਣੀ 'ਚ ਲਿਖਿਆ ਹੈ। ਤਾਂ ਐਸੀ ਭਾਵਨਾ ਨਾਲ, ਸਿਦਕ ਨਾਲ, ਸਬਰ ਨਾਲ ਸੇਵਾ ਕਰਦੇ ਹਨ। ਇਹ ਤੇ ਗੱਲ ਬਿਲਕੁਲ ਸਾਧ ਸੰਗਤ ਜੀ ਕਹਿ ਲਓ ਕਿ ਸਿਧਾਂਤ ਹੀ ਹੈ ਬਾਣੀ ਦਾ, ਜਿਉਂ-ਜਿਉਂ ਕਿਸੇ ਰੁੱਖ ਨੂੰ ਫਲ ਲੱਗਦਾ ਨਾ, ਤਿਉਂ-ਤਿਉਂ ਉਹਦੀਆਂ ਟਾਹਣੀਆਂ ਨੀਵੀਆਂ ਹੋਈ ਜਾਂਦੀ। ਇਸੇ ਤਰ੍ਹਾਂ ਜਿਸ ਇਨਸਾਨ ਦੇ ਅੰਦਰ ਸ਼ੁਭ ਗੁਣ ਨਾਮ ਬਾਣੀ ਹਿਰਦੇ 'ਚ ਰਚੇਗੀ, ਤਿਉਂ-ਤਿਉਂ ਉਹਦੇ ਵਿੱਚ ਸਾਧ ਸੰਗਤ ਨਿਮਰਤਾ ਆਈ ਜਾਏਗੀ। ਪਰ ਉਹਦੀ ਨਿਮਰਤਾ, ਉਹਦਾ ਨਿਆਉਣਾ ਇਉਂ ਨਾ ਜਾਣੋ ਵੀ ਉਹ ਨੀਚ ਹੈ ਜਾਂ ਉਹ ਕੋਈ ਚਾਪਲੂਸ ਹੈ ਨਾ। ਕਈ ਬੰਦੇ ਤਾਂ ਉੱਦਾਂ ਹੀ ਹੁੰਦੇ ਆ, ਪਿੱਛੇ ਪਿੱਛੇ ਘੁੰਮਦੇ ਰਹਿੰਦੇ ਲੀਡਰਾਂ ਜਾਂਦੇ, ਉਹ ਗੱਲ ਨਹੀਂ। ਉਹ ਜਿਹੜਾ ਗੁਰਸਿੱਖ ਹੁੰਦਾ ਹੈ ਉਹਦੇ ਅੰਦਰ ਸ਼ੁਭ ਗੁਣ ਹੁੰਦੇ, ਉਹਨੂੰ ਤਾਂ ਨਿਮਰਤਾ ਵਾਲਾ ਕਰ ਦਿੰਦੇ। ਭਾਰੀ ਹੁੰਦਾ ਉਹ, ਬਾਣੀ 'ਚ ਲਿਖਿਆ ਨਿਵੈ ਸੋ ਗੌਰਾ ਹੋਏ। ਕਈ ਵਾਰੀ ਅਪਰਾਧੀ ਵੀ ਨਿਭਦੇ ਆ, ਅਪਰਾਧੀ ਦੂਣਾ ਨਿਵੈ। ਪਰ ਜੋ ਗੁਰਸਿੱਖ ਦਾ ਨਿਆਉਣਾ ਹੈ ਅਤੇ ਅਪਰਾਧੀ ਦਾ ਨਿਆਉਣਾ ਹੈ, ਉਹਦੇ ਵਿੱਚ ਬੜਾ ਫਰਕ ਹੁੰਦਾ ਹੈ। ਜਿਹੜਾ ਅਪਰਾਧੀ ਆ ਉਹ ਰਾਜਨੀਤਿਕ ਹੋਏਗਾ, ਉਹ ਕਿਸੇ ਨੂੰ ਦਿਖਾਵੇ ਲਈ ਨਿਭੇਗਾ, ਕੁਝ ਲੈਣ ਦੀ ਗੱਲ ਹੋਏਗੀ ਉਹਦੇ ਅੰਦਰ ਵੀ ਮੈਂ ਤੋਂ ਕੁਝ ਖੱਟ ਲਵਾਂ। ਪਰ ਗੁਰਸਿੱਖ ਨੂੰ ਗੁਰੂ ਨੇ ਇੰਨੇ ਗੁਣ ਦੇ ਦਿੱਤੇ ਕਿ ਉਹ ਅੰਦਰੋਂ ਝੁਕਦਾ ਹੀ ਜਾਂਦਾ, ਨਿਮਰਤਾ ਆਈ ਜਾਂਦੀ ਹੈ ਉਹਦੇ ਅੰਦਰ। ਇਹਦੇ ਗੁਣਾਂ ਦਾ ਫਰਕ ਹੁੰਦਾ ਹੈ। ਭਾਈ ਲਹਿਣਾ ਜੀ ਦੀ ਵੀ ਐਸੀ ਹੀ ਗਤ ਹੈ, ਐਸੀ ਹੀ ਹਾਲਤ ਹੈ, ਐਸੀ ਹੀ ਅਵਸਥਾ ਹੈ। ਐਡੀ ਵੱਡੀ ਨਿਮਰਤਾ ਭਾਈ ਲਹਿਣਾ ਜੀ ਦੇ ਅੰਦਰ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੀ ਇਤਨੀ ਨਿਮਰਤਾ ਨੂੰ ਜਦੋਂ ਵੇਖਦੇ ਹਨ, ਸਤਿਗੁਰੂ ਜੀ ਦਿਨੋਂ ਦਿਨ ਹਰ ਰੋਜ਼ ਭਾਈ ਲਹਿਣਾ ਜੀ ਉੱਤੇ ਕਿਰਪਾ ਕਰੀ ਜਾਂਦੇ ਆ। ਜਿਹੜਾ ਨਿਵੇਗਾ ਉਹੀ ਕੁਝ ਲਏਗਾ, ਜੇ ਕੁਝ ਲੈਣਾ ਨੀਵਾਂ ਹੀ ਹੋਣਾ ਪਊਗਾ। ਨਿਆਉਣ ਦੇ ਲਈ ਝੋਲੀ ਅੱਡਾਂਗੇ, ਕੁਝ ਲੈਣ ਦੇ ਲਈ ਝੋਲੀ ਨੀਵੀਂ ਰੱਖਾਂਗੇ। ਜੇ ਦਾਤੇ ਦੇ ਉੱਤੋਂ ਦੀ ਹੱਥ ਰੱਖਾਂਗੇ ਕੁਝ ਨਹੀਂ ਮਿਲਣਾ। ਅਤੇ ਜਿਹੜਾ ਨਿਵੇਗਾ, ਜਿਹੜਾ ਝੁਕੇਗਾ ਗੁਰੂ ਦਾਤੇ ਦੇ ਅੱਗੇ, ਉਹਦੇ ਹਿਰਦੇ ਅੰਦਰ ਗੁਰੂ ਜੀ ਹੋਰ ਗੁਣ, ਸ਼ੁਭ ਗੁਣ ਪਾਉਂਦੇ। ਮਹਾਰਾਜ ਕਹਿੰਦੇ ਨਿਰਗੁਣ ਗੁਣ ਕਰੇ ਗੁਣਵੰਤਿਆ,
ਗੁਣ ਦੇ, ਸੋ ਬਹੁਤ ਬਖਸ਼ਿਸ਼ਾਂ ਕਰ ਰਹੇ ਹਨ। ਬਜਰ ਜਰਨ ਲਛਣ ਪਹਿਚਾਨਾ। ਗੁਰੂ ਜੀ ਨੇ ਜਾਣ ਲਿਆ ਕਿ ਭਾਈ ਲਹਿਣਾ ਜੀ ਦੇ ਵਿੱਚ ਇਹ ਬੜਾ ਵੱਡਾ ਲੱਛਣ ਹੈ, ਗੁਣ ਹੈ। ਉਹ ਕਿਹੜਾ ਹੈ? ਅਜਰ ਨੂੰ ਜਰ ਜਾਣਦਾ, ਸਭ ਕੁਝ ਕੋਲ ਹੋਣਾ ਵੀ ਪਰ ਜਤਾਉਣਾ ਨਾ, ਹੈ ਮਤ ਹੈ ਤਾਣ ਪਰ ਫਿਰ ਵੀ ਨਿਮਾਣਾ ਰਹਿਣਾ। ਇਹ ਕਿਹਦੇ ਗੁਣ? ਭਗਤ ਦੇ ਹੈ। ਕਿਹੜੇ ਗੁਣ ਹੈ? ਕਹਿੰਦੇ ਬਾਣੀ 'ਚ ਲਿਖਿਆ ਹੈ, ਕਹਿੰਦੇ ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਭਗਤ ਦੇ ਲੱਛਣ ਹਨ ਇਹ। ਭਾਈ ਲਹਿਣਾ ਜੀ ਦੇ ਅੰਦਰ ਇਹ ਗੁਣ ਦੇਖ ਕੇ ਗੁਰੂ ਜੀ ਬਹੁਤ ਖੁਸ਼ ਹੁੰਦੇ ਕਿ ਸਭ ਕੁਝ ਹੈ, ਤਾਕਤਾਂ ਨੇ, ਰਿੱਧੀਆਂ ਸਿੱਧੀਆਂ ਨੇ, ਅੰਦਰ ਦਾ ਗਿਆਨ ਵੀ ਹੈ, ਪਰ ਇੱਕ ਐਸੇ ਪੁਰਖ ਹਨ ਜਿਹੜੇ ਬਿਲਕੁਲ ਵੀ ਕਹਿ ਲਓ ਕਿ ਆਪਣੇ ਆਪੇ ਨੂੰ ਜਤਾਉਂਦੇ ਨਹੀਂ ਹਨ। ਭਗਤ ਪ੍ਰਸਿੱਧ ਸ੍ਰੀ ਗਾਥ ਦਾਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਐਸੀ ਉਹਨਾਂ ਦੀ ਮਨ ਦੀ ਅਵਸਥਾ ਵੇਖ ਕੇ ਸਗੋਂ ਹੋਰ ਖੁਸ਼ ਹੋ ਰਹੇ ਹਨ। ਇਸ ਵਿਦ ਕੋ ਰੁਖ ਜੋ ਗੁਰ ਕੇਰਾ। ਗੁਰੂ ਜੀ ਦਾ ਇਸ ਤਰ੍ਹਾਂ ਦਾ ਸੁਭਾਅ ਹੈ। ਦਿਨ ਪ੍ਰਤ ਬਦੈ ਸਰਬ ਕੈ ਨੇਰਾ ਠੇਰਾ। ਸਾਰੇ ਸਿੱਖ ਦੇਖ ਰਹੇ ਹੈ ਕਿ ਭਾਈ ਲਹਿਣਾ ਜੀ ਤੇ ਗੁਰੂ ਜੀ ਬਹੁਤ ਪ੍ਰਸੰਨ ਹਨ, ਪਤਾ ਲੱਗ ਜਾਂਦਾ ਹੈ। ਦੂਸਰੇ ਨਾਲ ਦੇ ਸਿੱਖ ਵੀ ਵੇਖਦੇ ਹਨ। ਮਿਲੇ ਪਰਮ ਪਰ ਕਹਿ ਬਨਾਈ। ਜਦੋਂ ਗੁਰੂ ਜੀ ਨੂੰ ਮਿਲਦੇ ਹਨ ਸਿੱਖ, ਕਈ ਦਿਨ ਦੇਖਦੇ ਰਹੇ ਤੇ ਇੱਕ ਦਿਨ ਇਕੱਠੇ ਜਦੋਂ ਹੁੰਦੇ ਨਾ ਸਿੱਖ ਇੱਦਾਂ, ਤੇ ਆਪਸ ਵਿੱਚ ਗੱਲਾਂ ਕਰਦੇ ਸਿੱਖ। ਸ੍ਰੀ ਲੈਣੇ ਵਰ ਕਿਰਪਾ ਸਵਾਈ। ਕਹਿੰਦੇ ਆਪਸ ਵਿੱਚ ਭਰਾ ਗੁਰਸਿੱਖ ਕਹਿੰਦੇ ਐ ਬਈ ਭਾਈ ਲਹਿਣਾ ਜੀ ਦੇ ਉੱਤੇ ਕਿਰਪਾ ਹੈ, ਗੁਰੂ ਜੀ ਦੀ, ਇਹਨਾਂ ਤੇ ਨਜ਼ਰ ਮਹਾਰਾਜ ਜੀ ਦੀ ਵਿਸ਼ੇਸ਼ ਨਜ਼ਰ ਹੈ। ਅਨੁਮਾਨੇ ਤੇ ਪਰੇ ਲਖਾਈ। ਕਹਿੰਦੇ ਅਨੁਮਾਨ, ਅੰਦਾਜ਼ੇ ਤੋਂ ਜਾਣਿਆ ਜਾਂਦਾ ਹੈ, ਪਤਾ ਲੱਗਦਾ ਹੈ ਕਿ ਇਹਨਾਂ ਤੇ ਬਹੁਤ ਪ੍ਰਸੰਨ ਹਨ ਗੁਰੂ ਨਾਨਕ ਜੀ ਮਹਾਰਾਜ। ਆਪਣੋ ਤਖਤ ਦੇਹ ਦੇਹ ਤਾਈ। ਕਹਿੰਦੇ ਭਾਈ ਲਹਿਣਾ ਜੀ ਨੂੰ ਭਾਈ ਗੁਰਸਿੱਖੋ ਗੁਰੂ ਜੀ ਨੇ ਤਖਤ ਦੇ ਦੇਣਾ ਹੈ, ਵਡਿਆਈ ਬਖਸ਼ ਦੇਣੀ ਹੈ। ਸ਼੍ਰੀ ਚੰਦ ਸੁਤ ਲక్ష్ਮੀ ਦਾਸ। ਔਰ ਜਿਹੜੇ ਗੁਰੂ ਜੀ ਦੇ ਪੁੱਤਰ ਹਨ ਬਾਬਾ ਸ਼੍ਰੀ ਚੰਦ ਜੀ ਅਤੇ ਲਖਮੀ ਦਾਸ ਜੀ, ਜਿਨੇ ਦੇਹ ਕਸ਼ਨ ਹੈ ਪਰਵਾਸ। ਕਹਿੰਦੇ ਹੁਣ ਇਹ ਵੀ ਲੱਗਦਾ ਨਹੀਂ ਕਿ ਪੁੱਤਰਾਂ ਨੂੰ ਇਹ ਦਾਤ ਮਿਲ ਜਾਏਗੀ, ਕਿਉਂਕਿ ਜਿਹੜੇ ਲੱਛਣ ਸਨ ਜਾਂ ਕੌਤਕ ਸਨ ਉਹਨਾਂ ਦੇ ਪਤਾ ਲੱਗਦਾ ਸੀ ਕਿ ਜੋ ਭਾਈ ਲਹਿਣੇ ਨੇ ਗੁਰੂ ਨਾਨਕ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ, ਉਹ ਜਗ੍ਹਾ ਗੁਰੂ ਜੀ ਦੇ ਪੁੱਤਰ ਨਹੀਂ ਬਣਾ ਸਕੇ ਹਨ। ਇਸ ਪ੍ਰਕਾਰ ਸੋਰਤ ਭਈ ਸਾਰੇ। ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਤੇ ਭਾਈ ਲਹਿਣਾ ਜੀ ਦੀ ਜਿਹੜੀ ਸੇਵਾ ਹੈ, ਇਹਦੀ ਪ੍ਰਸਿੱਧੀ, ਇਹਦੀ ਮਸ਼ਹੂਰੀ, ਇਹਦੀ ਸ਼ੋਹਰਤ ਚਾਰੇ ਪਾਸੇ ਲੋਕਾਂ ਵਿੱਚ ਪੈ ਗਈ ਹੈ। ਬੈਠੇ ਆਪ ਹੈ ਬੀਜ ਉਜਾੜੇ। ਆਪਸ ਵਿੱਚ ਸਿੱਖ ਸੰਗਤ, ਪ੍ਰੇਮੀ ਜਨ, ਸ਼ਰਧਾਲੂ, ਸਿਦਕੀ ਸਾਰੇ ਗੱਲਾਂ ਕਈ ਵਾਰ ਕਰਦੇ ਹਨ। ਸਿੱਖੀ ਪਰਖੀ ਜਵੇ ਕਿਰਪਾਲਾ। ਕਹਿੰਦੇ ਆ ਬਈ ਗੱਲ ਇਹ ਹੈ ਵੀ ਪਰਖ ਵਿੱਚ ਵੀ ਤਾਂ ਭਾਈ ਲਹਿਣਾ ਜੀ ਖਰੇ ਉਤਰੇ ਆ। ਕਿੱਡੀ ਵੱਡੀ ਪਰਖ, ਕੁੱਤਕੇ ਖਾ ਕੇ, ਸੋਟੇ ਖਾ ਕੇ, ਜੋ ਵੀ ਕੰਮ ਗੁਰੂ ਜੀ ਕਹਿ ਦਿੰਦੇ ਉਹਦੇ ਲਈ ਹਰ ਵਕਤ ਤਿਆਰ ਬਰ ਤਿਆਰ ਰਹਿੰਦੇ। ਪਰਖ ਵਿੱਚ ਭਾਈ ਲਹਿਣਾ ਜੀ ਖਰੇ ਉਤਰੇ ਹਨ। ਨੇਚਰ ਰਹਿ ਸਰਬ ਹੀ ਕਾਲਾ। ਕਹਿੰਦੇ ਤੇ ਹਮੇਸ਼ਾ ਹੀ ਭਾਈ ਲਹਿਣਾ ਜੀ ਨਿਸ਼ਚਲ ਰਹੇ, ਅਡੋਲ ਰਹੇ। ਜਿਵੇਂ ਐਰਣ ਆਪਣੇ ਆਪ ਨੂੰ ਰੱਖ ਦਿੰਦਾ ਥੱਲੇ, ਐਰਣ ਮੱਤ, ਆਪਣੀ ਨੂੰ ਮੱਤ ਨੂੰ ਐਰਣ ਬਣਾ ਕੇ ਇਹਨਾਂ ਨੇ ਗੁਰ ਸ਼ਬਦ ਦਾ ਹਥਿਆਰ ਚਲਾਇਆ। ਜਾਣੀ ਆਪਣੇ ਆਪੇ ਨੂੰ ਕਦੇ ਵੀ ਇਹਨਾਂ ਡੁਲਾਇਆ ਨਹੀਂ। ਪਰਬਤ ਦੀ ਤਰ੍ਹਾਂ ਇਹ ਹਮੇਸ਼ਾ ਅਡੋਲ ਹੀ ਰਹੇ। ਗੁਰੂ ਜੀ ਦੇ ਬਚਨਾਂ ਦੇ ਉੱਤੇ ਭਰੋਸਾ ਰੱਖਿਆ ਇਹਨਾਂ ਨੇ। ਜਾਤੇ ਦੇਨ ਨਿਆਇ ਹੈ ਤਾਹੀ। ਬਈ ਗੁਰੂ ਜੀ ਦਾ ਇਹ ਨਿਆਂ ਹੈ। ਗੁਰੂ ਘਰ ਕਦੇ ਅਨਿਆਂ ਨਹੀਂ ਹੁੰਦਾ, ਕਦੇ ਗੁਰੂ ਘਰ ਦੇ ਅੰਦਰ ਬੇਇਨਸਾਫੀ ਨਹੀਂ ਹੁੰਦੀ। ਸੇਵਕ ਨੂੰ ਬਖਸ਼ਿਸ਼ ਮਿਲਦੀ ਹੈ, ਔਰ ਇਹਨਾਂ ਨੂੰ ਜਿਹੜੀ ਬਖਸ਼ਿਸ਼ ਮਿਲਣੀ ਉਹ ਕੋਈ
ਕਹਿ ਲਓ ਕਿ ਅਨਿਆਂ ਨਹੀਂ ਗੁਰੂ ਜੀ ਕਰ ਰਹੇ ਪਰਿਵਾਰ ਨਾਲ ਜਾਂ ਇਹਨਾਂ ਨਾਲ, ਨਾ ਬਿਲਕੁਲ ਠੀਕ ਕਰਨਗੇ ਜੋ ਵੀ ਗੁਰੂ ਜੀ ਕਰਨਗੇ। ਅਚਰਜ ਕਿਸੇ ਨਾ ਲਖਿਓ ਮਨ ਮਾਹੀ। ਹੈਰਾਨੀ ਵਾਲੀ ਗੱਲ ਹੈ ਵੀ ਕੀ ਬਣੇਗਾ ਦੇਖਾਂਗੇ। ਸੁਣੀ ਸੁਲਖਣੀ ਸੁਧ ਅਸ ਕਾਨਾ। ਇਹ ਗੱਲਾਂ ਕਿਤੇ ਲੁਕੀਆਂ ਰਹਿੰਦੀਆਂ ਨੇ। ਕੋਈ ਸੇਵਾ ਕਰੇ, ਕੋਈ ਗੁਰੂ ਕਾ ਪ੍ਰੇਮੀ ਹੋਵੇ, ਸਾਧ ਸੰਗਤ ਦੂਰ ਦੂਰ ਤੱਕ ਖਬਰ ਫੈਲ ਜਾਂਦੀ ਹੈ। ਕੋਈ ਖੁਸ਼ਬੂਦਾਰ ਚੀਜ਼ ਕਿਤੇ ਮਰਜ਼ੀ ਰੱਖ ਦਿਓ, ਉਹਦੀ ਖੁਸ਼ਬੂ ਸਾਧ ਸੰਗਤ ਜੀ ਜਿੱਥੇ ਮਰਜ਼ੀ ਹੋਵੇ ਉਹਦੀ ਦੂਰ ਦੂਰ ਫੈਲ ਜਾਂਦੀ ਹੈ, ਲੁਕੋਈ ਨਹੀਂ ਜਾ ਸਕਦੀ। ਤੋ ਇਸ ਕਰਕੇ ਗੱਲਾਂ ਜਦੋਂ ਹੋਈਆਂ, ਲੋਕਾਂ ਦੀ ਜੋ ਵਿਚਾਰ ਚੱਲੀ ਮਾਤਾ ਸੁਲੱਖਣੀ ਜੀ ਤੱਕ ਵੀ ਪਹੁੰਚੀ। ਮਾਤਾ ਸੁਲੱਖਣੀ ਜੀ ਵੀ ਕੋਈ ਆਮ ਨਹੀਂ ਸਨ, ਉਹ ਵੀ ਬ੍ਰਹਮ ਗਿਆਨੀ ਹੋ ਸਨ। ਗੁਰੂ ਨਾਨਕ ਸਾਹਿਬ ਦੇ ਜਿਹੜੇ ਮਹਿਲ ਸਨ ਸਾਡੇ ਮਾਤਾ ਜੀ, ਉਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰੂਪ ਹੀ ਸਨ। ਕੋਈ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੇ ਨਾਲ ਜੀਵਨ ਬਤੀਤ ਕਰਨ ਦਾ, ਉਹਨਾਂ ਦੀ ਧਰਮ ਸੁਪਤਨੀ ਬਣਨ ਦਾ ਸੁਭਾਗ ਮਿਲਿਆ। ਆਪਣੇ ਦਿਲ ਦੀ ਦੁੱਖ ਸੁੱਖ ਕਰਨ ਦੀ ਜਿਨ੍ਹਾਂ ਦੇ ਕੋਲ ਐਡੀ ਵੱਡੀ, ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਾ ਲਾਈ, ਉਹ ਕੋਈ ਆਮ ਨਹੀਂ ਹੋ ਸਕਦੇ। ਪਰ ਉਹਨਾਂ ਦੀ ਡਿਊਟੀ ਹੈ ਆਪੋ ਆਪਣੀ ਵੀ ਤੁਸੀਂ ਇੰਨਾ ਕੁ ਕੰਮ ਕਰਨਾ, ਇੱਦਾਂ ਦਾ ਹੀ ਕਰਨਾ, ਇੱਦੋਂ ਵੱਧ ਨਹੀਂ। ਜਿਵੇਂ ਜਿਵੇਂ ਉਹਨਾਂ ਦਾ ਸੁਭਾਅ, ਜੋ ਜੋ ਉਹਨਾਂ ਨੂੰ ਕਿਹਾ ਉਹਨੇ ਉੱਦਾਂ ਹੀ ਕੀਤਾ। ਤੇ ਇੱਥੇ ਮਾਤਾ ਸੁਲੱਖਣੀ ਜੀ ਨੇ ਫਿਰ ਉੱਥੇ ਜਦੋਂ ਸੁਣੀ ਗੱਲ, ਹਿਰਦੇ ਉਪਜਿਓ ਖੋਬ ਬਹਾਨਾ। ਮਾਤਾ ਜੀ ਦੇ ਮਨ ਵਿੱਚ ਉਹ ਸਾਰੀ ਗੱਲ ਦਾ ਤਾਂ ਪਤਾ ਹੀ ਆ ਉਹਨਾਂ ਨੂੰ, ਪਰ ਹੁਣ ਇਹ ਬਾਹਰੀ ਤੌਰ 'ਤੇ ਉਹਨਾਂ ਨੇ ਦੇਖਿਆ ਵੀ ਗੁਰੂ ਜੀ ਅਗਰ ਗੁਰਿਆਈ ਭਾਈ ਲਹਿਣਾ ਜੀ ਨੂੰ ਦੇ ਦੇਣਗੇ, ਔਰ ਜੋ ਹੱਕਦਾਰ ਨੇ ਬਣਦੀ ਵੀ ਉਹਨਾਂ ਨੂੰ ਹੈ। ਪਰ ਪਿੱਛੋਂ ਸ਼੍ਰੀ ਚੰਦ ਜੀ ਨੇ, ਲਖਮੀ ਦਾਸ ਨੇ, ਹੋਰ ਨੇ, ਸਭ ਨੇ, ਰਿਸ਼ਤੇਦਾਰਾਂ ਨੇ ਇਸ ਗੱਲ ਦਾ ਬੜਾ ਵੱਡਾ ਰੌਲਾ ਪਾ ਲੈਣਾ। ਇਹ ਨਾ ਹੋਵੇ ਕਿਤੇ ਵਖੇੜਾ ਹੀ ਖੜਾ ਹੋ ਜਾਏ। ਹਜੇ ਵੀ ਕਈ ਬੰਦਿਆਂ ਦੇ ਮਨ ਵਿੱਚ ਹੈ, ਸਾਡੇ ਪਰਿਵਾਰ ਦੇ ਜੀਆਂ ਵਿੱਚ ਹੈ ਵੀ ਸ਼੍ਰੀ ਚੰਦ ਜੀ ਨੂੰ ਇਹ ਸੇਵਾ ਮਿਲਣੀ ਚਾਹੀਦੀ। ਮਾਤਾ ਜੀ ਵੀ ਉਹ ਗੱਲ ਨੂੰ ਚਾਹੁੰਦੇ ਆ ਵੀ ਹੋਰ ਨਿਖਰ ਕੇ ਸਾਹਮਣੇ ਆ ਜਾਏ ਸਾਰਿਆਂ ਦੇ। ਪਰ ਮਾਤਾ ਜੀ ਨੇ ਮਨ ਵਿੱਚ ਜੋ ਸੋਚਿਆ, ਚਿੰਤਾ ਤੁਰ ਹੋਏ ਦੂਰ ਨ ਆਏ। ਗੁਰੂ ਘਰ ਦੇ ਅੰਦਰ ਪ੍ਰੇਮ ਬਣਿਆ ਰਹੇ, ਆਪਸੀ ਇਤਫਾਕ ਬਣਿਆ ਰਹੇ, ਇਸ ਗੱਲ ਦੀ ਉਹਨਾਂ ਨੂੰ ਹਮੇਸ਼ਾ ਖਬਰ ਰਹਿੰਦੀ ਹੈ। ਤਾਂ ਥੋੜ੍ਹੀ ਜਿਹੀ ਚਿੰਤਾ ਜੀ ਵਿੱਚ ਆਏ ਵੀ ਕੀ ਗੱਲ ਹੋਏਗੀ ਅੱਗੇ। ਤੇ ਗੁਰੂ ਜੀ ਦੇ ਕੋਲ ਆਏ ਹਨ। ਜੈ ਧਰਮਸਾਰ ਉਤੇ ਜਗ ਸਾਈ। ਇੱਕ ਸਾਈਡ ਤੇ ਘਰ ਬਣਿਆ, ਘਰ ਦੇ ਨਾਲ ਨੇੜੇ ਬਿਲਕੁਲ ਧਰਮਸ਼ਾਲਾ ਗੁਰਦੁਆਰਾ ਜਿੱਥੇ ਸਤਸੰਗੀ ਮਿਲਦੇ ਹਨ। ਮਾਤਾ ਸੁਲੱਖਣੀ ਜੀ ਘਰੋਂ ਚੱਲ ਕੇ ਧਰਮਸ਼ਾਲਾ ਵਿੱਚ, ਗੁਰਦੁਆਰੇ ਵਿੱਚ, ਜਿੱਥੇ ਸਿੱਖ ਸੇਵਕ ਸਾਰੇ ਸੇਵਾ ਕਰ ਰਹੇ, ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ, ਉੱਥੇ ਚੱਲ ਆਏ ਹਨ। ਗਵੇ ਸੁਤ ਬੈਠੇ ਤਾਂ ਸਮੀਪਾ। ਉੱਥੇ ਹੀ ਗੁਰੂ ਨਾਨਕ ਸਾਹਿਬ ਦੇ ਦੋਵੇਂ ਹੀ ਭਾਗਾਂ ਵਾਲੇ ਸਤਿਕਾਰਯੋਗ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਅਤੇ ਲਖਮੀ ਦਾਸ ਜੀ, ਇਹ ਦੋਵੇਂ ਹੀ ਕੋਲ ਬੈਠੇ ਹਨ। ਸੇਵਹਿ ਪਦ ਦੇਹਣ ਗੁਣ ਦੀਪਾ। ਉੱਥੇ ਹੀ ਬਾਬਾ ਲਹਿਣਾ ਜੀ, ਉਹ ਵੀ ਬੈਠੇ ਸੇਵਾ ਵਿੱਚ ਹਾਜ਼ਰ ਹਨ। ਹੋਰ ਵੀ ਬਹੁਤ ਸਾਰੇ ਬੇਅੰਤ ਸਿੱਖ ਹਨ। ਹੋਰ ਸਿੱਖ ਕੇਤਕ ਨਿਜ ਕਾਨੇ। ਹੋਰ ਵੀ ਜਿਹੜੇ ਗੁਰੂ ਜੀ ਦੇ ਨੇੜੇ ਵਾਲੇ ਸਿੱਖ ਸਨ ਨਾ ਜੀ, ਉਹ ਵੀ ਕੋਲ ਬੈਠੇ ਹਨ। ਤੈ ਚਲਿਆ ਈ ਮਨ ਮੁਰਝਾਲੇ। ਮਾਤਾ ਸੁਲੱਖਣੀ ਜੀ ਉੱਥੇ ਚੱਲ ਆਏ ਹਨ। ਬੈਠ ਸਮੀਪ ਕਹੀ ਅਸਬਾਨੀ। ਸਾਰੇ ਸਿੱਖ ਬੈਠੇ ਆ, ਗੁਰੂ ਜੀ ਬੈਠੇ ਹਨ, ਪੁੱਤਰ ਬੈਠੇ ਹਨ, ਭਾਈ ਲਹਿਣਾ ਜੀ ਬੈਠੇ ਹਨ, ਹੋਰ ਸਿੱਖ ਸੰਗਤ ਬੈਠੀ ਹੈ। ਸਾਰਿਆਂ ਦੇ ਵਿੱਚ ਮਾਤਾ ਸੁਲੱਖਣੀ ਜੀ ਨੇ ਬਚਨ ਕੀਤੇ, ਸੁਣ ਸਿਰ ਚੰਦ ਪਿਤਾ ਗੁਣ ਖਾਨੇ। ਹੇ ਗੁਣਾਂ ਦੇ ਸਾਗਰ ਸਤਿਗੁਰੂ ਸ਼੍ਰੀ ਚੰਦ ਜੀ ਦੇ ਪਿਤਾ, ਜਿਹੜੀ ਨਾਂ ਨਹੀਂ ਆਪਣੇ ਪਹਿਲੇ ਟਾਈਮਾਂ ਵਿੱਚ ਮਾਈਆਂ ਆਪਣੇ ਪਤੀ ਦਾ ਨਾਂ ਨਹੀਂ ਸੀ ਲੈਂਦੀਆਂ ਹੁੰਦੀਆਂ। ਗੁਰੂ ਜੀ ਜਿੱਥੇ ਗੁਰੂ ਹਨ ਉੱਥੇ ਉਹਨਾਂ ਦਾ ਸਮਾਜਿਕ ਸੰਬੰਧ ਵੀ ਹੈ, ਸਰੀਰਕ ਪਤੀ ਹਨ, ਸੋ ਨਾਂ ਨਹੀਂ ਲੈ ਸਕਦੇ। ਉਹਨਾਂ ਨੇ ਆਖਿਆ, ਸ਼੍ਰੀ ਚੰਦ ਦੇ ਪਿਤਾ ਮੇਰੀ ਗੱਲ ਸੁਣੋ, ਬੇਨਤੀ ਹੈ ਜੀ। ਕਿਉ ਵਿਪਰੀਤ ਆਪ ਮਨ ਠਾਨੀ। ਮਹਾਰਾਜ ਜਿਹੜੀ ਗੱਲ ਆਪ ਜੀ ਕਰ ਰਹੇ ਹੋ
ਇਹ ਪਰਿਵਾਰ ਵਿੱਚ ਸਮਾਜ ਵਿੱਚ ਇਸ ਗੱਲ ਨੂੰ ਛੇਤੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਲੋਕ ਆਮ ਤੌਰ 'ਤੇ ਹੁੰਦਾ ਹੈ ਜਿਹੜੀ ਪਿਤਾ ਦੀ ਜੋ ਵੀ ਕੋਈ ਸੰਪत्ति ਹੁੰਦੀ ਹੈ ਉਹਦਾ ਹੱਕਦਾਰ ਪੁੱਤਰ ਹੁੰਦਾ ਹੈ। ਕਰੋ ਰੀਤ ਜਗ ਪਰਮ ਸੁਹਾਨੀ। ਤੇ ਮਹਾਰਾਜ ਜੀ ਪਰ ਆਪ ਜੀ ਜੋ ਕਰ ਰਹੇ ਹੋ ਠੀਕ ਹੈ, ਇਹ ਅਧਿਆਤਮ ਦੀ ਗੱਲ ਹੈ, ਇਹਦੇ ਵਿੱਚ ਕੋਈ ਪਿਤਾ ਪੁੱਤਰ ਦੀ ਨਹੀਂ ਹੈ। ਪਰ ਲੋਕਾਂ ਦੇ ਵਿੱਚ ਲੋਕ ਪੁਰਾਣੀਆਂ ਗੱਲਾਂ ਦੇ ਮੰਨਣ ਵਾਲੇ ਆ, ਉਹਨਾਂ ਦੇ ਵਿੱਚ ਜਿਹੜੀ ਤੁਸੀਂ ਇਹ ਨਵੀਂ ਗੱਲ ਕਰਨੀ ਹੈ ਬੜੀ ਸ਼ੁੱਧ ਗੱਲ ਹੈ, ਬੜੀ ਅੱਛੀ ਹੈ ਇਹ। ਸੰਗਤ ਲਾਇਕ ਤਾਤ ਤੁਮਾਰੇ। ਪਰ ਲੋਕਾਂ ਨੇ ਇਹ ਗੱਲਾਂ ਕਹਿਣੀਆਂ ਕਿ ਪਤਾ ਨਹੀਂ ਕਿਹੜਾ ਕਾਰਨ ਹੋ ਗਿਆ। ਤੁਹਾਡੇ ਪੁੱਤਰ ਵੀ ਤਾਂ ਯੋਗ ਹਨ, ਚੰਗੇ ਹਨ, ਭਗਤੀ ਵਾਲੇ ਹਨ। ਰੀਤ ਨ ਕਰੋ ਤਿਨੋ ਸੰਗਾਰੇ। ਲੋਕਾਂ ਨੇ ਕਹਿਣਾ ਪਤਾ ਨਹੀਂ ਬੱਚਿਆਂ 'ਚ ਕਿਹੜੇ ਔਗਣ ਸਨ, ਜਾਂ ਤੁਸੀਂ ਉਹਨਾਂ ਨਾਲ ਪਿਆਰ ਨਹੀਂ ਕਰਦੇ ਬੱਚਿਆਂ ਦੇ ਨਾਲ। ਜਗ ਮੈਂ ਜਿਨ ਕੈ ਬਸ ਵਧੇਰਾ। ਤੇ ਮਹਾਰਾਜ ਅੱਗੇ ਆਉਣ ਵਾਲੇ ਸਮੇਂ ਵਿੱਚ, ਹੁਣ ਤੇ ਚਲੋ ਲੋਕਾਂ ਨੂੰ ਪਤਾ ਹੈ, ਪਰ ਅੱਗੇ ਇਹਨਾਂ ਦੀ ਵੰਸ਼ ਵਧੇਗੀ, ਅੱਗੇ ਬੱਚੇ ਹੋਣਗੇ, ਅੱਗੇ ਦੀ ਅੱਗੇ ਪੀੜ੍ਹੀਆਂ ਤੋਂ ਬਾਅਦ ਸੋ ਜਸ ਹੋਏ ਸਭ ਵਿਖੇ ਕਨੇਰਾ। ਸਤਿਗੁਰੂ ਜੀ ਇਹਨਾਂ ਦਾ ਵੀ ਜਸ ਰਵੇ, ਤੁਹਾਡੇ ਸਿੱਖ ਸੇਵਕਾਂ ਦਾ, ਪੰਥ ਦਾ, ਸਭ ਦਾ ਜਸ ਬੜਾ ਵਧੇਗਾ ਤੁਹਾਡੇ ਨਾਮ ਕਰਕੇ। ਰਹੇ ਨਾਮ ਜਿਨ ਕੈ ਬਖਿਆਤੀ। ਗੁਰੂ ਜੀ ਨਾਮ ਪ੍ਰਗਟ ਰਹਿਣਗੇ ਦੁਨੀਆ ਵਿੱਚ। ਹਮ ਏਕੀ ਕੁਲ ਜਗਤ ਸੁਹਾਤੀ। ਇਹ ਤੁਹਾਡੇ ਪੁੱਤਰ ਨੇ, ਇਹਨਾਂ ਦੇ ਕਰਕੇ ਤੁਹਾਡਾ ਨਾਮ ਹੋਏਗਾ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਵੰਸ਼ ਹੈ, ਉਹਨਾਂ ਦੀ ਅੰਸ਼ ਵੰਸ਼ ਹੈ। ਇਹ ਪੁੱਤਰ ਜਾਂ ਔਲਾਦ ਜਿਹੜੀ ਹੈ ਇਹ ਵੀ ਇੱਕ ਕਹਿ ਲਓ ਕਿ ਨਾਮ ਪ੍ਰਗਟ ਕਰਦੀ ਹੈ। ਮਹਾਰਾਜ ਲੋਕਾਂ ਨੇ ਆਉਣ ਵਾਲੇ ਟਾਈਮ 'ਚ ਜਦੋਂ ਕਈ ਪੀੜ੍ਹੀਆਂ ਚਲੀਆਂ ਜਾਣਗੀਆਂ, ਲੋਕਾਂ ਨੇ ਕਹਿਣਾ ਹੈ ਕਿ ਐਡੇ ਗੁਣੀ ਸਨ ਗੁਰੂ ਕੇ ਪੁੱਤਰ, ਉਹਨਾਂ ਨੂੰ ਗੁਰੂ ਜੀ ਨੇ ਕਿਉਂ ਤਿਆਗ ਦਿੱਤਾ, ਕੀ ਕਾਰਨ ਬਣਿਆ ਆ। ਮਹਾਰਾਜ ਆਪ ਆਪਣੇ ਦਾਸ ਦੇ ਉੱਤੇ ਬੜੇ ਖੁਸ਼ ਹੋ ਔਰ ਆਪਣੇ ਬੱਚਿਆਂ ਦੇ ਉੱਤੇ ਵੀ ਖੁਸ਼ੀ ਕਰੋ ਜੀ। ਗੁਰੂ ਜੀ ਤੁਸੀਂ ਪਹਿਲਾਂ ਹੀ ਬੜੀਆਂ ਖੁਸ਼ੀਆਂ ਕਰ ਦਿੱਤੀਆਂ ਭਾਈ ਲਹਿਣਾ ਜੀ ਦੇ ਉੱਤੇ, ਪਰ ਜਿਹੜੀ ਅੰਦਰਲੀ ਵਸਤੂ ਹੈ, ਬਖਸ਼ਿਸ਼ ਹੈ, ਉਹ ਵੀ ਸਾਨੂੰ ਪਤਾ ਹੈ ਤੁਸੀਂ ਲਹਿਣਾ ਜੀ ਤੇ ਹੀ ਕਰਨੀ ਚਾਹੁੰਦੇ ਹੋ। ਤੁਸੀਂ ਇਹਨਾਂ ਨੂੰ ਹੁਣ ਆਪਣੇ ਪੁੱਤਰਾਂ ਤੋਂ ਵੱਡੇ ਕਰਕੇ ਜਗਤ 'ਚ ਬਿਠਾਓਗੇ। ਪੁੱਤਰ ਵੀ ਸਾਹਮਣੇ ਆ, ਪਰ ਪੁੱਤਰਾਂ ਤੋਂ ਵੱਖਰੇ ਇਹਨਾਂ ਨੂੰ ਪੁੱਤਰਾਂ ਤੋਂ ਵੀ ਵੱਡੀ ਜਿਹੜੀ ਤੁਸੀਂ ਤਾਕਤ ਬਖਸ਼ਿਸ਼ ਕਰਨੀ ਹੈ। ਹਾਂ ਮਹਾਰਾਜ ਕਹਿੰਦੇ, ਮਾਤਾ ਜੀ ਕਹਿੰਦੇ, ਪਰ ਗੁਰੂ ਜੀ ਪਹਿਲਾਂ ਵੀ ਬੜੇ ਅਵਤਾਰ ਹੋਏ ਨੇ, ਪਹਿਲਾਂ ਵੀ ਬਹੁਤ ਰਿਸ਼ੀ ਮੁਨੀ ਹੋਏ ਹਨ, ਪਰ ਪਹਿਲਾਂ ਕਿਸੇ ਨੇ ਐਸੀ ਅੱਜ ਤੱਕ ਇਹ ਚਾਲ ਹੀ ਨਹੀਂ ਚਲਾਈ ਜੋ ਤੁਸੀਂ ਕਰ ਰਹੇ ਹੋ। ਕਹਿੰਦੇ ਪੁੱਤਾਂ ਦੇ ਹੁੰਦਿਆਂ ਕਿਸੇ ਫਕੀਰ ਨੇ ਆਪਣੇ ਸ਼ਿਸ਼ ਨੂੰ, ਆਪਣੇ ਚੇਲੇ ਨੂੰ ਵੱਡਾ ਨਹੀਂ ਬਣਾਇਆ। ਆਪਣੀ ਔਲਾਦ ਨੂੰ, ਆਪਣੇ ਬੱਚਿਆਂ ਨੂੰ, ਆਪਣੀ ਵੰਸ਼ ਨੂੰ ਅੱਗੇ ਵਧਾਇਆ। ਪਰ ਇਹ ਪਹਿਲੀ ਗੱਲ ਹੋਈ ਹੈ ਕਿ ਤੁਸੀਂ ਆਪਣੇ ਬੱਚਿਆਂ ਦੇ ਹੁੰਦੇ ਹੋਏ ਆਪਣੇ ਸੇਵਾਦਾਰ, ਆਪਣੇ ਸਿੱਖਾਂ ਨੂੰ ਇੰਨੀ ਬਖਸ਼ਿਸ਼ ਕਰ ਰਹੇ ਹੋ, ਔਰ ਤੁਸੀਂ ਤੇ ਉਹਨਾਂ ਨੂੰ ਆਪਣੀ ਥਾਂ ਬਿਠਾ ਰਹੇ ਹੋ, ਆਪਣੀ ਗੱਦੀ ਤੇ ਹੀ ਬਿਠਾ ਰਹੇ ਹੋ। ਲੋਕਾਂ ਨੂੰ ਇਹ ਗੱਲ ਇੱਦਾਂ ਨਹੀਂ, ਇਹ ਲੋਕਾਂ ਨੂੰ ਹਜਮ ਹੋਣ ਵਾਲੀ ਗੱਲ, ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਹਨ। ਬਾਕੀ ਮਹਾਰਾਜ ਹੋਣਾ ਤੇ ਉਹੀ ਹੈ ਜੋ ਤੁਹਾਡੇ ਹਿਰਦੇ ਵਿੱਚ ਹੈ, ਤੁਹਾਡੇ ਮਨ ਵਿੱਚ ਹੈ। ਪਰ ਮਹਾਰਾਜ
ਜਿਹੜੀ ਸੰਤਾਨ ਹੋਣੀ, ਆਉਣ ਵਾਲੀਆਂ ਪੀੜ੍ਹੀਆਂ ਹੋਣੀਆਂ, ਉਹਨਾਂ ਨੇ ਤਪੀ ਜਾਣਾ ਹੈ ਮਨ 'ਚ। ਉਹਨਾਂ ਨੇ ਇਸ ਗੱਲ ਨੂੰ ਦਿਲ 'ਚ ਰੱਖਣਾ ਹੈ। ਸਤਿਗੁਰੂ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਮਾਤਾ ਸੁਲੱਖਣੀ ਜੀ ਨੇ ਇਹ ਗੱਲ ਆਖੀ ਸੁਖਣਾ ਪਾਪ ਹੈ ਪਿਖੇ ਅਨੀਤੀ। ਤੇ ਮਹਾਰਾਜ ਜੀ ਉਹਨਾਂ ਨੂੰ ਇਹ ਗੱਲ ਯੋਗ ਨਹੀਂ ਲੱਗਣੀ, ਉਹਨਾਂ ਨੂੰ ਸੁੱਖ ਨਹੀਂ ਮਿਲਣਾ। ਇਸ ਗੱਲ ਕਰਕੇ ਭਗਤ ਵਚਨ ਸੁਣ ਕੇ ਸੁਭਾਨੀ। ਬੜੀ ਵਧੀਆ ਸਲਾਹ ਉਹਨਾਂ ਨੇ ਦਿੱਤੀ। ਗੁਰੂ ਨਾਨਕ ਦੇਵ ਜੀ ਨੇ ਪੂਰਾ ਅਧਿਕਾਰ ਉਹਨਾਂ ਨੂੰ ਦਿੱਤਾ ਸੀ, ਆਪਣੀ ਸਲਾਹ ਰੱਖ ਸਕਦੇ ਸੀ। ਦੁਨੀਆ 'ਚ ਹੋਰ ਕੌਣ ਸੀ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਇਦਾਂ ਕਹਿ ਸਕਦਾ ਸੀ? ਜਾਂ ਤਾਂ ਗੁਰੂ ਨਾਨਕ ਸਾਹਿਬ ਦੇ ਮਾਤਾ ਪਿਤਾ ਸਨ ਜੋ ਵੀ ਕਹਿ ਲੈਂਦੇ, ਜਾਂ ਭੈਣ ਨਾਨਕੀ ਕਈ ਵਾਰ ਕਹਿ ਲੈਂਦੀ ਪਰ ਉਹ ਸ਼ਰਧਾ 'ਚ ਰਹੇ ਹਮੇਸ਼ਾ, ਜਾਂ ਮਾਤਾ ਸੁਲੱਖਣੀ ਜੀ ਸਨ ਜਿਨ੍ਹਾਂ ਨੇ ਆਪਣੇ ਦਿਲ ਦੀ ਗੱਲ ਲੋਕਾਚਾਰੀ ਗੱਲਾਂ ਰੱਖ ਦਿੱਤੀਆਂ ਵੀ ਲੋਕ ਵੀ ਇਦਾਂ ਕਰ ਸਕਦੇ ਹਨ। ਗੁਰੂ ਜੀ ਨੇ ਉਹਨਾਂ ਦੀ ਗੱਲ ਨੂੰ ਵਿੱਚੋਂ ਨਹੀਂ ਕੱਟਿਆ। ਜੋ ਉਹਨਾਂ ਦੇ ਦਿਲ ਵਿੱਚ ਸੀ ਜਾਂ ਜੋ ਕੁਝ ਉਹਨਾਂ ਨੇ ਸੋਚਿਆ ਅੱਗੇ ਤਾਂ ਉਹਨਾਂ ਨੇ ਪੂਰੀ ਗੱਲ ਕਹਿ ਦਿੱਤੀ। ਗੁਰੂ ਜੀ ਨੇ ਉਹਨਾਂ ਦੀ ਗੱਲ ਨੂੰ ਪੂਰੀ ਸਹਿਜਤਾ ਨਾਲ ਸੁਣਿਆ ਹੈ। ਤੇ ਮਹਾਰਾਜ ਸਤਿਗੁਰੂ ਜੀ ਨੇ ਫਿਰ ਉਸ ਵੇਲੇ ਜੋ ਗੱਲ ਸੀ ਨਾ, ਸੁਣ ਕੇ ਭਗਤ ਵਸ਼ਲ ਸੁਣ ਕੇ ਅਸਵਾਨੀ ਕਿਤ ਕਕਾਲ ਲਓ ਤੁਸ਼ਨ ਠਾਨੀ। ਗੁਰੂ ਨਾਨਕ ਜੀ ਕੁਝ ਸਮਾਂ ਉਹਨਾਂ ਦੀ ਗੱਲ 'ਤੇ ਵਿਚਾਰ ਕਰਦੇ ਰਹੇ, ਸੋਚਦੇ ਰਹੇ। ਉਹਨਾਂ ਨੂੰ ਵੀ ਲੱਗਿਆ ਵੀ ਹਾਂ ਮੇਰੀ ਗੱਲ ਸੁਣੀ ਹੈ, ਇਉਂ ਨਹੀਂ ਵੀ ਗੱਲ ਐਵੇਂ ਰੌਲੇ 'ਚ ਪਾ ਦਿੱਤੀ ਨਾ, ਰੋਲ ਦਿੱਤੀ ਨਾ। ਗੁਰੂ ਜੀ ਕੁਝ ਸਮਾਂ ਚੁੱਪ ਕਰੇ ਤੇ ਸੋਚਦੇ ਰਹੇ ਹਨ। ਫਿਰ ਗੁਰੂ ਜੀ ਨੇ ਹੱਸੇ, ਥੋੜ੍ਹਾ ਜਿਹਾ ਮੁਸਕਰਾਏ। ਮਾਤਾ ਸੁਲੱਖਣੀ ਜੀ ਵੀ ਬੜੀ ਸ਼ਰਧਾ ਵਾਲੇ ਸਨ। ਕਿੰਨੇ ਸਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇਖੋ ਦੇਸ਼ਾਂ ਪ੍ਰਦੇਸ਼ਾਂ ਵਿੱਚ ਵਿਚਰ ਕੇ ਸੱਚ ਦਾ ਉਪਦੇਸ਼ ਦਿੰਦੇ ਰਹੇ, ਜੀ ਦਾਨ ਦਿੰਦੇ ਰਹੇ, ਲੋਕਾਂ ਨੂੰ ਭਗਤੀ ਨਾਲ ਜੋੜਦੇ ਰਹੇ। ਪਰ ਪਿੱਛੋਂ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਮਾਤਾ ਸੁਲੱਖਣੀ ਨੇ ਤੇ ਭੈਣ ਨਾਨਕੀ ਨੇ ਸਾਂਭੀ, ਬੱਚਿਆਂ ਦੀ ਸੇਵਾ ਸੰਭਾਲ ਕੀਤੀ। ਮਾਤਾ ਸੁਲੱਖਣੀ ਨੇ ਜੇ ਗੁਰੂ ਨਾਨਕ ਸਾਹਿਬ ਦੇ ਸਹੁਰਾ ਜੀ ਜਾਂ ਉਹਨਾਂ ਦੀ ਸੱਸ ਚੰਦੋ ਰਾਣੀ ਜੀ, ਸੱਸ ਸਨ ਮੂਲ ਚੰਦ ਜੀ, ਉਹ ਕਈ ਵਾਰ ਖਫਾ ਹੋ ਜਾਂਦੇ ਸਨ, ਤੁਸੀਂ ਘਰ ਛੱਡ ਕੇ ਚਲੇ ਗਏ ਤੁਸੀਂ। ਪਰ ਮਜਾਲ ਹੈ ਕਿਤੇ ਮਾਤਾ ਸੁਲੱਖਣੀ ਜੀ ਨੇ ਇੱਕ ਵਾਰ ਵੀ ਇਸ ਗੱਲ ਦਾ ਸ਼ਿਕਵਾ ਕੀਤਾ ਹੋਵੇ। ਉਹ ਭਾਣੇ 'ਚ ਰਹੇ ਔਰ ਉਹਨਾਂ ਰਹਿਣਾ ਵੀ ਸੀ, ਕਿਉਂਕਿ ਉਹ ਆਮ ਨਹੀਂ ਸੀ ਕੋਈ। ਉਹ ਗੁਰੂ ਨਾਨਕ ਸਾਹਿਬ ਨਾਲ ਜਿਨ੍ਹਾਂ ਦਾ ਸੰਬੰਧ ਹੋਵੇ ਉਹ ਵੀ ਪੂਰਨੇ ਸਨ। ਪਰ ਹੁਣ ਇੱਥੇ ਜਿਹੜੀ ਖੇਡ ਖੇਡੀ ਹੈ, ਮੰਨੋ ਕਿ ਮਾਤਾ ਸੁਲੱਖਣੀ ਜੀ ਦੇ ਸਵਾਲ ਦਾ ਉੱਤਰ ਹੈ ਔਰ ਸਾਰਿਆਂ ਨੂੰ ਦੁਬਾਰਾ ਦਿਖਾਉਣਾ ਚਾਹੁੰਦੇ ਆ। ਪਰਿਵਾਰ ਦੇ ਜੀ ਹਨ, ਸਿੱਖ ਹਨ, ਹੋਰ ਸੰਗਤਾਂ ਹਨ, ਕੁਝ ਜਿਹੜੇ ਬੰਦੇ ਪਿਆਰ ਵਾਲੇ ਹਨ ਉਹ ਵੀ ਹਨ, ਉਹਨਾਂ ਨੂੰ ਦਿਖਾਉਣਾ ਚਾਹੁੰਦੇ। ਤੇ ਹੋਇਆ ਕੁਝ ਐਸਾ, ਹਜੇ ਗੱਲਾਂ ਕਰਕੇ ਚੁੱਪੇ ਕੀਤੇ ਕਿ ਇੱਕ ਬਿੱਲੀ ਉੱਥੇ ਘੁੰਮਦੀ ਹੈ, ਉੱਥੇ ਹੀ ਇੱਕ ਕਿਤੇ ਚੂਹਾ ਘੁੰਮਦਾ ਫਿਰਦਾ ਹੈ। ਚੂਹਾ ਭੱਜਿਆ ਜਾਂਦਾ, ਉੱਧਰ ਨੂੰ ਲੰਘਿਆ, ਪਿੱਛੋਂ ਆਈ ਬਿੱਲੀ ਨੇ ਮਾਰੀ ਛੜੱਪ। ਬਿੱਲੀ ਨੇ ਜਦੋਂ ਚੂਹੇ ਨੂੰ ਫੜਿਆ ਤੇ ਦੰਦ ਮਾਰ ਦਿੱਤੇ ਤੇ ਅੱਧਾ ਕਿਤੇ ਬਿੱਲੀ ਨੇ ਚੱਬ ਹੀ ਦਿੱਤਾ ਚੂਹੇ ਨੂੰ। ਵੇਂਦਿਆਂ ਦੇਖਦਿਆਂ ਸਿੱਖਾਂ ਨੇ ਦੇਖਿਆ ਕਿ ਬਿੱਲੀ ਚੂਹੇ ਨੂੰ ਮਾਰ ਰਹੇ, ਉਹਨਾਂ ਛੇਤੀ ਦੇਣੇ ਜਣੀ ਛਡਾਇਆ ਵੀ ਕਿਉਂ ਮਾਰ ਰਹੀ ਹੈ। ਉਹਨਾਂ ਨੇ ਡਰਾਈ ਜਦੋਂ ਛੱਡ ਕੇ ਬਿੱਲੀ ਚੂਹੇ ਨੂੰ ਭੱਜ ਗਈ, ਚੂਹਾ ਖੂਨ ਨਾਲ ਲੱਥ-ਪੱਥ ਹੋ ਗਿਆ ਹੈ ਤੇ ਚੂਹੀ ਉਹ ਉੱਥੇ ਹੀ ਸੁੱਟ ਗਈ ਜਿੱਥੇ ਬੈਠੇ ਸਨ ਨਾ, ਸਾਰੇ ਜਣੇ ਬੈਠੇ ਸਨ। ਬਿੱਲੀ ਚੂਹੇ ਨੂੰ ਉੱਥੇ ਹੀ ਸੁੱਟ ਕੇ ਭੱਜ ਗਈ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਵਕਤ ਵੇਖਿਆ ਮਾਤਾ ਸੁਲੱਖਣੀ ਜੀ ਜੋ ਕਹਿਣਾ ਚਾਹੁੰਦੇ ਸੀ ਉਹਨਾਂ ਦੀ ਪੂਰੀ ਤਸੱਲੀ ਮਹਾਰਾਜ ਨੇ ਕਰਾਉਣੀ ਜੋ ਹੈ, ਸਾਰੀਆਂ ਗੱਲਾਂ ਉੱਥੇ ਕਰਨੀ, ਪ੍ਰਗਟ ਕਰਨੀ ਹੈ। ਉੱਥੇ ਮਹਾਰਾਜ ਨੇ ਫਿਰ ਦੇਖ ਕੇ ਨਾ ਸੁਲੱਖਣੀ ਜੀ ਵੱਲ ਨੂੰ ਉਹਨਾਂ ਦੀ ਪੂਰੀ ਤਸੱਲੀ ਕਰਵਾਉਣ ਦੇ ਲਈ ਮਹਾਰਾਜ ਨੇ ਉਹਨਾਂ ਨੂੰ ਵੀ ਇਸ਼ਾਰਾ ਕਰਤਾ ਵੀ ਦੇਖ ਲਿਓ ਹੁਣ ਤੁਸੀਂ ਸਾਰੀ ਗੱਲ। ਆਪਣੇ ਪੁੱਤਰ, ਵੱਡੇ ਪੁੱਤਰ ਸ਼੍ਰੀ ਚੰਦ ਨੂੰ ਜੋ ਜਵਾਨ ਹੋ ਚੁੱਕੇ ਹਨ,
ਉਹਨਾਂ ਵੱਲ ਨੂੰ ਵੇਖ ਕੇ ਬਚਨ ਕੀਤੇ ਮਹਾਰਾਜ ਜੀ ਨੇ। ਮੁਕਤ ਪਈ ਨਾ ਭਲੇ ਥਾਈ। ਕਹਿੰਦੇ ਬੇਟਾ ਸ਼੍ਰੀ ਚੰਦ, ਆ ਦੇਖੋ ਇੱਥੇ ਬਿੱਲੀ ਚੂਹੇ ਨੂੰ ਖੂਨ ਨਾਲ ਲੱਥਪੱਥ ਕਰਕੇ ਸੁੱਟ ਗਈ, ਮਾਰ ਗਈ ਆ। ਇੱਥੇ ਪਈ ਵੀ ਸ਼ੋਭਦੀ ਨਹੀਂ ਹੈ ਇਹ ਖੂਨ। ਇੱਥੇ ਮਰਿਆ ਹੋਇਆ ਜਾਨਵਰ ਪਸ਼ੂ ਜਾਂ ਕੁਝ ਪਿਆ ਹੋਵੇ ਜੀਵ, ਇਹ ਵੀ ਚੰਗਾ ਨਹੀਂ ਲੱਗਦਾ। ਤੁਸੀਂ ਇਉਂ ਕਰੋ, ਨਿਜ ਕਰ ਸੰਗ ਉਚਾਏ ਲਿਜਾਵੋ। ਇਉਂ ਕਰੋ ਬੇਟਾ, ਇਹਨੂੰ ਆਪ ਆਪਣੇ ਹੱਥੀਂ ਕੰਮ ਕਰੋ, ਇਹਨੂੰ ਇੱਥੋਂ ਚੁੱਕ ਕੇ ਬਾਹਰ ਲੈ ਜਾਓ। ਬਾਹਰ ਦਰ ਦੇਹੋ ਪੁਨ ਆਵੋ। ਜਾਓ ਬਾਹਰ ਜਾ ਕੇ ਦਰਵਾਜ਼ੇ ਤੋਂ ਬਾਹਰ ਕਿਤੇ ਦੇਖ ਕੇ ਥਾਂ ਮਿੱਟੀ ਪੁੱਟ ਕੇ ਜਾਂ ਉਹਦੇ ਵਿੱਚ ਦੱਬ ਦਿਓ, ਜਾਂ ਕਿਸੇ ਥਾਂ ਯੋਗ ਜਿੱਥੇ ਹੋਵੇ ਉੱਥੇ ਇਸ ਚੂਹੀ ਨੂੰ ਰੱਖ ਆਓ। ਸ੍ਰੀ ਚੰਦ ਸੁਣ ਬੈਨ ਅਲਾਏ। ਅੱਗੋਂ ਸ਼੍ਰੀ ਚੰਦ ਜੀ ਨੇ ਜਦੋਂ ਵੇਖਿਆ ਨਾ, ਉਹਨਾਂ ਅੱਗੋਂ ਆਖਿਆ, ਦੇਖੇ ਮੈਂ ਇਸ ਟੀਬ ਥਾਏ। ਉਸ ਵੇਲੇ ਸ਼੍ਰੀ ਚੰਦ ਜੀ ਕਹਿਣ ਲੱਗੇ, ਕੀ ਕਹਿੰਦੇ? ਕਹਿੰਦੇ ਦੇਖੇ ਮੈਂ ਇਸ਼ਟੀ ਬਹੁਤ ਆਏ। ਮਹਾਰਾਜ ਸੱਚੇ ਪਾਤਸ਼ਾਹ, ਇਹ ਤਾਂ ਤੁਸੀਂ ਪਹਿਲਾਂ ਵੀ ਇਦਾਂ ਹੀ ਕੀਤਾ, ਇੱਕ ਦੋ ਵਾਰ ਕੌਤਕ ਜਿਹਾ ਕੀਤਾ ਕਿ ਮੁਰਦਾ ਦਿਖਾ ਦਿੱਤਾ, ਅੱਗੋਂ ਨਿਕਲਿਆ ਕੜਾਹ ਪ੍ਰਸ਼ਾਦ, ਅੱਗੋਂ ਇਦਾਂ ਹੋਇਆ। ਇਹ ਵੀ ਤੁਸੀਂ ਕੋਈ ਉੱਦਾਂ ਹੀ ਕਰ ਰਹੇ, ਜਿਵੇਂ ਮਦਾਰੀ ਲੋਕ ਨਾ ਮਦਾਰ ਕਰਦੇ ਹੁੰਦੇ, ਉਹ ਦਿਖਾਉਂਦੇ ਕੁਝ ਹੋਰ ਪਰ ਹੋਰ ਦਾ ਹੋਰ ਹੁੰਦਾ ਹੈ। ਹਾਲਨ ਕੀ ਮਝਾਰ ਬਨਾਵਤ। ਕਈ ਪਹਿਲਾਂ ਜਿਹੜੇ ਜਾਦੂਗਰ ਜੇ ਹੁੰਦੇ, ਉਹ ਖੱਲ ਦੇ ਹੀ ਉੱਦਾਂ ਹੀ ਬਸ ਬਿੱਲੇ ਜੇ ਬਣਾ ਦਿੰਦੇ ਹਨ। ਮਤ ਕਬੂਤਰ ਕਰੇ ਉਡਾਵਤ। ਕਈ ਕਬੂਤਰ ਬਣਾ ਦਿੰਦੇ ਹੱਥਾਂ ਦੇ ਵਿੱਚੋਂ ਹੀ। ਕਰੋ ਰੀਤ ਕਸ਼ ਤਿਨੇ ਸਮਾਨਾ। ਗੁਰੂ ਜੀ ਮੈਨੂੰ ਲੱਗਦਾ ਤੁਸੀਂ ਉੱਦਾਂ ਹੀ ਕੋਈ ਖੇਡ ਜੀ ਬਣਾ ਰਹੇ ਹੋ। ਇਹ ਖੰਡਿਓ ਕਪਟ ਤੁਮ ਮੈਂ ਮਨ ਜਾਨਾ। ਮਹਾਰਾਜ ਜੀ ਇਹ ਵੀ ਕੋਈ ਇਦਾਂ ਦੀ ਉਹ ਖੇਡ ਮੈਨੂੰ ਲੱਗਦੀ ਹੈ ਤੁਹਾਡੀ। ਕੁਕਰ ਕੁਕਰ ਨਿਜ ਸੰਗ ਲਾਏ। ਇਹ ਤੁਸੀਂ ਕੀ ਕਰੀ ਜਾਂਦੇ ਹੋ? ਕਦੇ ਕੁੱਤੇ ਆਪਣੇ ਪਿੱਛੇ ਲਾ ਲੈਂਦੇ, ਕਦੇ ਸੂਅਰ ਆਪਣੇ ਅੱਗੇ ਲਾ ਕੇ ਸੋਟੀ ਨਾਲ ਹੱਕਣ ਲੱਗ ਜਾਂਦੇ ਹੋ। ਵੈਰ ਕਰੇ ਸਭ ਕੋ ਦਿਖਰਾਏ। ਕਈ ਵਾਰ ਮਹਾਰਾਜ ਜੀ ਸਾਰਿਆਂ ਨੂੰ ਜੰਗਲ ਦੇ ਵਿੱਚ ਸੀੜੀ ਦੇ ਉੱਤੇ ਪਿਆ ਹੋਇਆ ਮੁਰਦਾ ਦਿਖਾ ਦਿੰਦੇ ਹੋ। ਚੇਤਕ ਦਿਓ ਤਿਹਾਵਲ ਸੋਈ। ਕਦੇ ਥੋੜੇ ਟਾਈਮ ਬਾਅਦ ਜਦੋਂ ਵੇਖਦੇ ਹੋ ਮੁਰਦਾ ਨਹੀਂ, ਉੱਥੇ ਕੜਾਹ ਪ੍ਰਸ਼ਾਦ ਹੁੰਦਾ ਹੈ। ਉਹ ਐਸੋ ਸ਼ਾਲ ਮੋਰੋ ਹੋਈ। ਗੁਰੂ ਜੀ ਮੇਰਾ ਮਜ਼ਾਕ ਉੱਡ ਜਾਣਾ ਹੈ ਜੇ ਮੈਂ ਉਹਨੂੰ ਹੱਥ ਲਾਇਆ, ਚੂਹੀ ਦੀ ਜਗ੍ਹਾ ਕੁਝ ਹੋਰ ਹੋਵੇ ਉੱਥੇ। ਇਹ ਤੇ ਕੋਈ ਮੈਨੂੰ ਇਦਾਂ ਹੀ ਖੇਡ ਲੱਗਦੀ, ਕੋਈ ਛਲ ਹੀ ਲੱਗਦਾ ਹੈ। ਲੋਕ ਨੇ ਚਾਹੇ ਨਾ ਕੋਈ। ਮਹਾਰਾਜ ਮੇਰੀ ਕੋਈ ਇੱਛਾ ਨਹੀਂ ਇਦਾਂ ਦਾ ਕੋਈ ਖੇਡ ਦੇਖਣ ਦੀ, ਕੋਈ ਕੌਤਕ ਦੇਖਣ ਦੀ। ਉਹ ਨਾ ਬਚਾਓ ਮ੍ਰਿਤਕ ਜੋਈ। ਮਰੀ ਹੋਈ ਚੂਹੀ ਨੂੰ ਮੈਂ ਕਿਉਂ ਚੱਕਾਂ ਜੀ? ਇਦਾਂ ਉਹਨਾਂ ਨੇ ਜਾਣੀ ਗੁਰੂ ਜੀ ਦਾ ਹੁਕਮ ਨਾ ਮੰਨਿਆ, ਆਪਣੀ ਚਤੁਰਾਈ, ਆਪਣੀ ਚਲਾਕੀ, ਆਪਣੀ ਅਕਲ ਅੱਗੇ ਰੱਖੀ ਗੁਰੂ ਜੀ ਦੇ। ਗੁਰੂ ਅੱਗੇ ਕਦੇ ਵੀ ਆਪਣੀ ਚਤੁਰਾਈ ਅਕਲ ਨਹੀਂ ਰੱਖਣੀ ਚਾਹੀਦੀ, ਗੁਰੂ ਦੀ ਤੇ ਗੱਲ ਮੰਨਣੀ ਚਾਹੀਦੀ। ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀ ਆ। ਮੁਰੀਦ ਨੂੰ ਤੇ ਜੋ ਗੁਰੂ ਨੇ ਕਹਿ ਦਿੱਤਾ ਗੁਰਸਿੱਖ ਨੇ ਉਹ ਕਰ ਲੈਣਾ ਹੈ ਬਸ। ਆਪਣੀ ਅਕਲ, ਆਪਣੀ ਚਤੁਰਾਈ ਕੁਛ ਨਹੀਂ, ਹੋਰ ਕੁਛ ਨਹੀਂ। ਜੋ ਵੀ ਹੈ ਸੋ ਕਹੈ ਸੋ ਕੀਜੈ, ਤਨ ਮਨ ਦੀਜੈ, ਐਸਾ ਪਰਮਲ ਪਾਈਐ। ਆਪਣਾ ਜੋ ਗੁਰੂ ਨੇ ਕਹਿ ਦਿੱਤਾ ਉਸ ਤਰੀਕੇ ਚੱਲਣਾ, ਇਹੀ ਵੱਡੀ ਵਡਿਆਈ, ਇਹੀ ਭਗਤੀ ਹੁੰਦੀ ਹੈ। ਅਸਕਾ ਦੂਸਨ ਮੁਕਤੇ ਠਾਨੀ। ਜਣੀ ਇਉਂ ਕਹਿ ਲਓ ਕਿ ਜਵਾਬ ਇਹ ਦੇ ਦਿੱਤਾ ਕਿਸੇ ਤਰੀਕੇ, ਇਉਂ ਕਹਿ ਕੇ ਚੁੱਪ ਕਰ ਗਏ ਲੈਣ ਇਹ ਸ਼੍ਰੀ ਚੰਦ ਜੀ। ਦੁਨੀਆ ਤਾਤ ਕੋ ਕਹਿ ਗੁਣ ਖਾਨੇ ਗੁਣ ਬਾਨੀ। ਉਸ ਵੇਲੇ ਗੁਰੂ ਜੀ ਨੇ ਦੂਜੇ ਪੁੱਤਰ ਲਖਮੀ ਦਾਸ ਜੀ ਵੱਲ ਨੂੰ ਵੇਖਿਆ ਹੈ। ਦਾਸ ਸੁਨੋ ਸੋ ਉਠਾਵੋ। ਲਖਮੀ ਦਾਸ ਨੂੰ ਕਹਿੰਦੇ, ਲਖਮੀ ਦਾਸ ਬੇਟਾ ਤੁਸੀਂ ਸੁਣੋ, ਤੁਸੀਂ ਆ ਇੱਥੇ ਬਿੱਲੀ ਚੂਹੇ ਨੂੰ ਮਾਰ ਕੇ ਸੁੱਟ ਗਈ, ਚੁੱਕ ਦਿਓ। ਟਿਕਟ ਨਾ ਨੀਕੇ ਬਹਿਰ ਵਗਾਵੋ। ਕਹਿੰਦੇ ਇੱਥੇ ਪਏ ਰਹਿਣਾ ਇਦਾਂ ਜਾਨਵਰ ਦਾ ਠੀਕ ਨਹੀਂ, ਇਹਨੂੰ ਬਾਹਰ ਸੁੱਟਿਆ ਹੋ ਕਿਤੇ। ਸਾਵਤ ਬੋਲਿਓ ਸੋ ਸੁਣੀਏ ਤਾਤਾ। ਉਹ ਵੀ ਅੱਗੋਂ ਕਹਿੰਦੇ ਪਿਤਾ ਜੀ ਮੇਰੀ ਗੱਲ ਸੁਣੋ। ਆਪਕੋ ਉਚਿਤ ਨਾ ਐਸੀ ਬਾਤਾ। ਮਹਾਰਾਜ ਜੀ ਅਸੀਂ ਤੁਹਾਡੇ ਸਾਹਿਬਜ਼ਾਦੇ ਹਾਂ, ਕੀ ਅਸੀਂ ਇਦਾਂ ਦੇ ਕੰਮ ਕਰਦੇ ਸ਼ੋਭਦੇ ਹਾਂ? ਤੁਹਾਡੇ ਪੁੱਤਰ ਹਾਂ, ਤੁਸੀਂ ਜਗਤ ਗੁਰੂ ਹੋ,
ਤੇ ਮਹਾਰਾਜ ਜਗਤ ਗੁਰੂ ਗੁਰੂ ਨਾਨਕ ਦੇ ਪੁੱਤਰ ਇਦਾਂ ਕੰਮ ਕਰਨ, ਇਹ ਚੂਹਿਆਂ ਨੂੰ ਪੂੰਛਾਂ ਤੋਂ ਚੁੱਕ ਫੜ ਚੁੱਕਦੇ ਫਿਰਨ, ਲੋਕਾਂ 'ਚ ਗੱਲਾਂ ਫੈਲ ਜਾਣਗੀਆਂ ਵੀ ਲਖਮੀ ਦਾਸ ਜੀ ਤੇ ਚੂਹੇ ਚੁੱਕਦੇ ਫਿਰਦੇ ਸੀ ਪੂੰਛ ਤੋਂ, ਕਿਤੇ ਮੇਰੀ ਗੱਲ ਲੋਕੀ ਮਜ਼ਾਕ ਹੀ ਨਾ ਉਡਾਉਣ ਲੱਗ ਜਾਣ। ਅਸੀਂ ਮਾਨ ਸਨਮਾਨ ਹੋਣਾ ਕੱਲ੍ਹ ਨੂੰ ਲੋਕਾਂ 'ਚ ਸਾਡਾ, ਲੋਕਾਂ ਨੇ ਇਹ ਗੱਲਾਂ ਯਾਦ ਰੱਖਣੀਆਂ ਕਿ ਜਾਣਦੇ ਆ ਭਾਈ ਦੇ ਨੂੰ ਤੂੰ ਤੇ ਚੂਹੇ ਹੀ ਚੁੱਕਦਾ ਰਿਹਾ। ਤੇ ਮਹਾਰਾਜ ਜੀ ਇਹ ਕੋਈ ਗੱਲ ਫੱਬਦੀ ਥੋੜ੍ਹਾ, ਇਉਂ ਜਣੀ ਆਪਣਾ ਆਪਾ ਅੱਗੇ ਰੱਖਿਆ ਉਹਨਾਂ ਨੇ। ਤੇ ਮਹਾਰਾਜ ਇਹ ਮਰੀ ਹੋਈ ਹੈ ਇਹ, ਤੇ ਇਹਨੂੰ ਮੈਂ ਮਰੀ ਹੋਈ ਜਾਂ ਚੂਹਾ ਜਾਂ ਚੂਹੀ ਜੋ ਵੀ ਹੈ, ਇਹਨੂੰ ਮੈਂ ਹੱਥ ਨਹੀਂ ਜੇ ਲਾਉਣਾ ਹੈ ਮਰੇ ਹੋਏ ਨੂੰ। ਹਾਂ, ਪਰ ਜੇ ਤੁਸੀਂ ਕਹਿੰਦੇ ਹੋ ਮੈਂ ਹੁਕਮ ਕਰ ਦੇਣਾ, ਸੇਵਾਦਾਰ ਨੂੰ ਚੱਕ ਦੇਗਾ ਜੀ। ਗੁਰੂ ਜੀ ਨੇ ਇਉਂ ਕਹਿ ਕੇ ਉਹਦੀ ਗੱਲ ਨੂੰ ਦੇਖ ਲਿਆ ਮਹਾਰਾਜ ਨੇ, ਤੇ ਚੁੱਪ ਕਰ ਗਿਆ ਇੱਦਾਂ ਕਹਿ ਕੇ ਭਾਈ ਲਖਮੀ ਦਾਸ। ਮਾਤਾ ਸੁਲੱਖਣੀ ਜੀ ਵੀ ਦੇਖੀ ਜਾਂਦੇ, ਉਹ ਜਾਣ ਗਏ ਵੀ ਓਹੋ ਖਾਲੀ ਰਹਿ ਗਏ, ਇਹ ਮੰਨਦੇ ਕਿਉਂ ਨਹੀਂ ਗੱਲ ਨੂੰ। ਮਹਾਰਾਜ ਨੇ ਦਿਖਾਣੀ ਸੀ ਸਾਰੀ ਗੱਲ। ਇਤਨੇ ਨੂੰ ਭਾਈ ਲਹਿਣੇ ਜੇ ਵੱਲ ਨੂੰ ਜੀ ਵੱਲ ਨੂੰ ਗੁਰੂ ਨਾਨਕ ਦੇ ਮਹਾਰਾਜ ਨੇ ਵੇਖਿਆ ਹੈ। ਕਹਿੰਦੇ ਭਾਈ ਰੱਬ ਦੇ ਪਿਆਰਿਆ ਲੈਣਿਆ ਤੂੰ ਉੱਠ ਜਾ। ਭਾਈ ਇਹ ਚੂਹੇ ਨੂੰ ਚੁੱਕ ਕੇ ਬਾਹਰ ਸੁੱਟਿਆ ਕਿਤੇ। ਗੁਰੂ ਜੀ ਦੇ ਬਚਨ ਹਜੇ ਪੂਰੇ ਵੀ ਨਹੀਂ ਕੀਤੇ, ਬਚਨ ਹਜੇ ਮੂੰਹ ਚੋਂ ਕੱਢੇ ਹੀ ਆ, ਨਾਲ ਦੀ ਨਾਲ ਛੇਤੀ ਦੇਣੇ ਉੱਠੇ ਸੰਭਲ ਕੇ, ਨਾਲ ਦੀ ਨਾਲ ਉਹਨੂੰ ਚੂਹੇ ਨੂੰ ਚੁੱਕਿਆ ਹੈ। ਕਿੰਨੀ ਦੂਰ ਥੋੜ੍ਹਾ ਜਿਹਾ ਵੀ ਤਾਂ ਕਿ ਕਿਤੇ ਇਹਦੀ ਬਦਬੂ ਵੀ ਨਾ ਆਵੇ, ਸਤਸੰਗੀਆਂ ਨੂੰ ਇੱਥੇ ਪਰੇਸ਼ਾਨੀ ਨਾ ਹੋਵੇ। ਬਾਹਰ ਜਾ ਕੇ ਕਿਤੇ ਜਗ੍ਹਾ ਦੇਖੀ ਮਿੱਟੀ ਮੁੱਟੀ ਜਿੱਥੇ ਸੀ ਉੱਥੇ ਚੱਕ ਕੇ ਸਾਈਡ ਨੂੰ ਕਰਕੇ ਉੱਥੇ ਦੱਬ ਦਿੱਤੀ, ਉੱਤੇ ਮਿੱਟੀ ਪਾ ਦਿੱਤੀ ਤਾਂ ਕਿ ਇਹਦੀ ਬਦਬੂ ਵੀ ਨਾ ਆਵੇ। ਉਸ ਵੇਲੇ ਵਾਪਸ ਆਏ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕੀਤਾ, ਉਹ ਤੇ ਉਧਰ ਨੂੰ ਚਲੇ ਗਏ। ਤੇ ਉਹਨਾਂ ਦੇ ਜਾਣ ਤੋਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ, ਕਹਿੰਦੇ ਭਾਈ ਮੂਲ ਚੰਦ ਦੀ ਧੀ, ਮੂਲ ਚੰਦ ਗੁਰੂ ਨਾਨਕ ਦੇਵ ਜੀ ਦੇ ਸਹੁਰੇ ਦਾ ਨਾਮ ਹੈ, ਸਤਿਕਾਰਯੋਗ ਮਾਤਾ ਸੁਲੱਖਣੀ ਜੀ ਨੂੰ ਆਖਿਆ, ਕਹਿੰਦੇ ਸੁਣੋ ਤੁਸੀਂ, ਵਿਚਾਰੋ ਤੁਸੀਂ ਜੋ ਇਹ ਗੱਲ ਹੈ ਸਾਰੀ। ਕਹਿੰਦੇ ਇਹ ਦੇਖ ਲਖਮੀ ਚੰਦ ਸ਼੍ਰੀ ਚੰਦ ਆਪਣੇ ਪੁੱਤਰਾਂ ਦਾ ਹਾਲ ਹੈ, ਉਹ ਜਾਣ ਲੈ ਪਰਾਏ ਪੁੱਤਰ ਸ਼੍ਰੀ ਲਹਿਣਾ ਜੀ ਦੀ ਕਰਨੀ, ਇਹਨਾਂ ਦਾ ਦੇਖ ਲਓ ਇਹ ਗੱਲ ਮੰਨਦੇ ਹੀ ਨਹੀਂ ਤੇ ਉਹ ਗੱਲ ਨੂੰ ਡਿੱਗਣ ਨਹੀਂ ਦਿੰਦੇ, ਬਚਨ ਨੂੰ ਕਿੰਨਾ ਸਤਿਕਾਰ ਦਿੰਦੇ ਹਨ। ਇਹਨਾਂ ਨੂੰ ਕਦੇ ਵੀ ਕੋਈ ਗੱਲ ਕਹਿ ਦਿਓ ਮੰਨਦੇ ਹੀ ਨਹੀਂ। ਆਹ ਲੈ ਤੁਹਾਡੇ ਸਾਹਮਣੇ ਕਹਿ ਦਿੱਤਾ, ਲਓ ਅੱਗੇ ਕਦੇ ਵੇਖ ਲਿਓ, ਇਹ ਛੇਤੀ ਗੱਲ ਨੂੰ ਮੰਨ ਕੇ ਨਹੀਂ ਰਾਜੀ ਹਨ। ਇਸ ਲਈ ਬਿਨਾਂ ਮੰਨਿਆ ਤੋਂ, ਬਿਨਾਂ ਸੇਵਾ ਤੋਂ, ਬਿਨਾਂ ਸਿਦਕ ਤੋਂ, ਬਿਨਾਂ ਭਾਵਨਾ ਤੋਂ ਵਸਤੂ ਗੁਰੂ ਘਰ ਦੀ ਪ੍ਰਾਪਤ ਨਹੀਂ ਜੇ ਹੁੰਦੀ। ਇਉਂ ਗੁਰੂ ਜੀ ਨੇ ਆਖਿਆ, ਉਹ ਹਮੇਸ਼ਾ ਆਗਿਆ ਵਿੱਚ ਰਹਿੰਦੇ ਹਨ। ਤੇ ਬਾਕੀ ਰਹੀ ਗੱਲ ਗੁਰਿਆਈ ਦੀ ਸੇਵਾ, ਇਹ ਨਾ ਮੇਰੇ ਹੱਥ ਹੈ ਨਾ ਤੇਰੇ ਹੱਥ ਹੈ, ਇਹ ਤੇ ਕਰਤਾਰ ਦੇ ਅਧੀਨ ਹੈ। ਉਹਨਾਂ ਨੇ ਉਹਨਾਂ ਦੇ ਮੱਥੇ ਤੇ ਮੋਹਰ ਲਾ ਕੇ ਭੇਜੀ ਆ, ਉਹ ਮਾਲਕ ਹੈ ਇਹਦੇ, ਉਹ ਲੈਣਾ ਅਸੀਂ ਦੇਣਾ, ਉਹਦੀ ਵਸਤੂ ਹੈ। ਇਹ ਤਾਂ ਸਿਰਫ ਤੁਹਾਨੂੰ ਦਿਖਾ ਰਹੇ ਹਾਂ, ਜੇ ਉਹ ਵਸਤੂ ਦੇ ਅਧਿਕਾਰੀ ਮਾਲਕ ਹਨ, ਉਹਨਾਂ 'ਚ ਗੁਣ ਵੀ ਬੜੇ ਵੱਡੇ ਆ। ਉਹ ਨਾ ਵੀ ਆ ਕੁਝ ਕਰਨ ਤਾਂ ਵੀ ਉਹਨਾਂ ਨੂੰ ਇਹ ਮਿਲਣੀ ਹੈ ਇਹ, ਤੇ ਇਹ ਸਭ ਕੁਝ ਮੇਰੇ ਵੱਸ ਨਹੀਂ। ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਵੱਸ ਹੈ, ਪ੍ਰਮਾਤਮਾ ਤੇ ਆਪ ਆ ਉਹ, ਪਰ ਕਹਿੰਦੇ ਜੋ ਹੁਕਮ ਹੈ ਉਹਦੇ ਅਨੁਸਾਰ ਹੀ ਹੋਣਾ ਹੈ। ਇਹ ਕੋਈ ਧੱਕੇ ਨਾਲ ਨਹੀਂ ਲਈ ਜਾਣੀ। ਕੋਈ ਬੰਦਾ ਆਖੇ ਮੈਂ ਚਤਰਾਈ ਨਾਲ ਲੈ ਲਾਂ, ਚਲਾਕੀ ਨਾਲ ਲੈ ਲਾਂ, ਕੋਈ ਆਖੇ ਮੈਂ ਘਾਲਣਾ ਨਾਲ ਲੈ ਲਾਂ, ਨਾ, ਇਹ ਤੇ ਪ੍ਰਮਾਤਮਾ ਦੇ ਹੁਕਮ ਵਿੱਚ ਉਹਨੂੰ ਮਿਲੇਗੀ। ਹਾਂ, ਇਹ ਤੇ ਇਉਂ ਸਮਝ ਲਓ ਜਿਵੇਂ ਮੀਂਹ ਪੈਂਦਾ,
ਮੀਂਹ ਉੱਥੇ ਹੀ ਜਾ ਕੇ ਪਾਣੀ ਖੜਦਾ ਹੈ ਜਿੱਥੇ ਨਿਮਾਣ ਹੋਵੇ। ਉੱਚੇ ਉੱਚੇ ਟਿੱਬੇ ਜਿੰਨੇ ਮਰਜ਼ੀ ਉੱਚੇ ਹੋਣ ਉਹਨਾਂ ਤੇ ਮੀਂਹ ਪਵੇ ਵੀ ਤੇ ਖੜਦਾ ਨਹੀਂ ਉੱਥੇ। ਜਲ ਜਾਵੇ ਟਿਕੇ ਮਹੰਗਾ। ਹਾਂ, ਜਿੱਥੇ ਉੱਚੇ ਨਿਮਾਣ ਹੋਵੇ ਉੱਥੇ ਹੀ ਪਾਣੀ ਖੜਦਾ ਹੈ। ਟਿੱਬਾ ਜਾਂ ਉਚੇਰਾ ਹੋਈ। ਟਿੱਬਾ ਜਿੰਨਾ ਮਰਜ਼ੀ ਉੱਚਾ ਹੈ, ਪਰ ਟਿੱਬਿਆਂ ਤੇ ਪਾਣੀ ਨਹੀਂ ਖੜਦਾ ਹੈ। ਜਲ ਬੂੰਦ ਟਿਕੇ ਨਾ ਕੋਈ। ਉੱਥੇ ਪਾਣੀ ਦੀ ਬੂੰਦ ਨਹੀਂ ਖੜਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ, ਸੁਣ ਕੇ ਬਚਨ ਦੇਖ ਨਿਜ ਨੈਣਾ। ਜਦੋਂ ਇਹ ਬਚਨ ਸੁਣੇ ਮਾਤਾ ਸੁਲੱਖਣੀ ਜੀ ਨੇ ਆਪਣੇ ਅੱਖੀਂ ਵੇਖ ਵੀ ਲਿਆ ਉਹਨਾਂ ਨੇ ਸਭ ਕੁਝ। ਗਈ ਸੁਲੱਖਣੀ ਉੱਠ ਨਿਜ ਐਨਾ। ਮਾਤਾ ਸੁਲੱਖਣੀ ਜੀ ਸਭ ਕੁਝ ਵੇਖ ਕੇ ਸੁਣ ਕੇ ਤੇ ਆਪਣੇ ਘਰ ਨੂੰ ਚੱਲ ਪਏ ਹਨ। ਦਿਵਸ ਜਾਵ ਬਿਤੈ ਲੋਰੀ। ਕੁਝ ਕੁ ਦਿਨ ਇਦਾਂ ਹੋਰ ਬਤੀਤ ਹੋ ਗਏ। ਪਰਖਣ ਕੀ ਖਾਨੀ ਵਿਦ ਔਰੀ। ਉਹਨਾਂ ਨੇ ਗੁਰੂ ਜੀ ਨੇ ਹੋਰ ਪਰਖ ਕੀਤੀ ਮਾਤਾ ਸੁਲੱਖਣੀ ਜੀ ਨੂੰ ਦਿਖਾਉਣ ਲਈ। ਉਹ ਜਿਹੜੀਆਂ ਜਿਹੜੀਆਂ ਪਰਖਾਂ ਹੋਈਆਂ ਉਹ ਵੀ ਇੱਥੇ ਹੀ ਕਵੀ ਜੀ ਨੇ ਲਿਖ ਦਿੱਤੀਆਂ। ਭਾਵ ਅਬੰਧ ਤਾਰਨ ਗੁਰ ਪੋਤਾ। ਸਤਿਗੁਰੂ ਜੀ ਦੁਨੀਆ ਨੂੰ ਤਾਰਨ ਹਾਰੇ। ਸਤਿਗੁਰੂ ਜੀ ਦਇਆ ਦੇ ਸਾਗਰ ਮਿਹਰਾਂ ਦੇ ਸਾਈਂ ਸਤਿਗੁਰੂ ਨਾਨਕ ਦੇਵ ਜੀ ਨੇ। ਜਾਮਨ ਏਕ ਭਾਵ ਨਿਜ ਸੋਤਾ। ਇੱਕ ਦਿਨ ਦੀ ਗੱਲ ਹੈ ਕਿ ਸਾਰਾ ਦਿਨ ਲੰਘ ਗਿਆ, ਸ਼ਾਮ ਹੋ ਗਈ, ਰਾਤ ਹੋ ਗਈ, ਸਾਰੇ ਸੁੱਤੇ ਪਏ ਹਨ। ਉਪਿਆ ਕਾਤ ਤੇ ਕਾਲ ਸਮੀਪਾ। ਮਹਾਰਾਜ ਜੀ ਦੇ ਕੋਲ ਦੋਵੇਂ ਪੁੱਤਰ ਹਨ, ਜਿਹੜੀ ਲੇਟੇ ਹੋਏ ਬਿਸਤਰਿਆਂ ਦੇ ਉੱਤੇ ਸੌਣ ਦੀ ਤਿਆਰੀ ਕਰ ਰਹੇ ਹਨ। ਸ੍ਰੀ ਸਾਸ ਪ੍ਰਤ ਤਬ ਨਿਕਟ ਬੁਲੀਪਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼੍ਰੀ ਚੰਦ ਜੀ ਨੂੰ ਆਪਣੇ ਕੋਲ ਸੱਦਿਆ। ਕਹਿੰਦੇ ਬੇਟਾ ਉਰੇ ਆ। ਉੱਥੇ ਮਾਤਾ ਸੁਲੱਖਣੀ ਜੀ ਹਨ। ਤਾਤ ਸੰਭਿਆਨ ਧੋਨ ਜਰ ਜਈਏ। ਮਹਾਰਾਜ ਕਹਿੰਦੇ ਬੇਟਾ, ਮਹਾਰਾਜ ਜੀ ਉੱਤੇ ਲੈਂਦੇ ਚਾਦਰ ਲੈਂਦੇ ਸੀ। ਗੁਰੂ ਜੀ ਕਹਿੰਦੇ ਬੇਟਾ ਚਾਦਰ ਫੜੋ। ਕਹਿੰਦੇ ਜੀ ਹਾਂ। ਕਹਿੰਦੇ ਜਾਓ ਲਾਗੇ ਦਰਿਆ ਲੰਘਦਾ, ਪਾਣੀ ਵਿੱਚ ਜਾ ਕੇ ਧੋ ਕੇ ਲਿਆਓ ਇਸ ਚਾਦਰ ਨੂੰ। ਸੋਕਤ ਕਾਰ ਪੂਰਨ ਢਿਗ ਲਈਐ। ਮਹਾਰਾਜ ਕਹਿੰਦੇ ਧੋ ਕੇ ਸਕਾ ਕੇ ਲਿਆਓ ਇਹਨੂੰ, ਲੋੜ ਹੈ ਇਹਦੀ ਚਾਦਰ ਦੀ ਬੜੀ। ਸਾਧ ਕਹਿ ਤਮ ਸਰਮਤ ਕਰਤੇ। ਉਹ ਅੱਗੋਂ ਕਹਿੰਦੇ ਮਹਾਰਾਜ ਚਾਦਰਾਂ ਦਾ ਇੱਥੇ ਘੱਟ ਹੈ ਕੋਈ, ਕਿੰਨੀਆਂ ਹੀ ਚਾਦਰਾਂ ਹੋਰ ਲੈ ਲੈਂਦੇ ਆਪਾਂ। ਮਹਾਰਾਜ ਕਹਿੰਦੇ ਨਹੀਂ, ਇਹ ਚਾਦਰ ਇਹ ਵਧੀਆ ਲੱਗਦੀ ਹੈ ਮੈਨੂੰ, ਲਿਆਓ ਇਹ ਧੋ ਕੇ। ਕਹਿੰਦੇ ਮਹਾਰਾਜ ਹੁਣ ਕਿਹੜੀ ਧੋਣ ਦਾ ਕੋਈ ਟਾਈਮ ਹੈ, ਇਹ ਥੱਕੇ ਪਏ ਆ, ਹੁਣ ਤੇ ਆਰਾਮ ਕਰਨ ਲੱਗਿਆ। ਦੇਖੋ ਬਿਸਤਰਾ ਡਾਹਤਾ, ਲੇਟਣ ਦੀ ਤਿਆਰੀ ਹੈ ਪੂਰੀ। ਤੇ ਮਹਾਰਾਜ ਹੁਣ ਰਾਤ ਉੱਦਾਂ ਹੋ ਗਈ, ਠੰਡ ਦਾ ਮੌਸਮ ਹੈ, ਹੁਣ ਜਾਵਾਂਗੇ ਕੱਪੜੇ ਧੋਵਾਂਗੇ ਤੇ ਸਤਿਗੁਰੂ ਜੀ ਉੱਥੇ ਠਰ ਜਾਣਗੇ ਸਾਡੇ ਹੱਥ। ਕਿਉਂ ਇਹਨਾਂ ਨੇ ਜਣੀ ਗੱਲ ਆਖੀ ਹੈ। ਚਲੋ ਮਹਾਰਾਜ ਸਵੇਰ ਹੋਏਗੀ ਤਾਂ ਸਵੇਰੇ ਧੋ ਲਿਆਵਾਂਗੇ ਜੀ, ਕੋਈ ਗੱਲ ਨਹੀਂ ਜੀ, ਤੁਹਾਡਾ ਹੁਕਮ ਅਸੀਂ ਜ਼ਰੂਰ ਮੰਨਾਂਗੇ। ਤੁਸੀਂ ਵੀ ਨਾ ਆਖੋ ਵੀ ਗੱਲ ਨਹੀਂ ਮੰਨਦੇ, ਧੋ ਲਿਆਵਾਂਗੇ ਜੀ, ਬਸ ਸਵੇਰ ਤੱਕ। ਹਾਂ ਹੁਣ ਤੇ ਔਖਾ ਹੀ ਹੈ ਜੀ, ਹੁਣ ਹਨੇਰਾ ਹੋ ਗਿਆ ਹੋਣਾ ਚਾਰੇ ਪਾਸੇ। ਏਦਾਂ ਹੀ ਗੁਰੂ ਜੀ ਨੇ ਛੋਟੇ ਪੁੱਤਰ ਨੂੰ ਵੀ ਆਖਿਆ, ਉਹਨੇ ਵੀ ਇਸੇ ਤਰ੍ਹਾਂ ਹੀ ਗੱਲ ਆਖੀ। ਤੇ ਇਤਰੇ ਨੂੰ ਮਹਾਰਾਜ ਨੇ ਭਾਈ ਲੈਣੇ ਨੂੰ ਆਵਾਜ਼ ਮਾਰੀ, ਕਿਤੇ ਨੇੜੇ ਹੀ ਦੂਜੇ ਪਾਸੇ ਉਹ ਸਨ ਲੈਣਿਆ। ਭਾਈ ਕਹਿੰਦਾ ਮਹਾਰਾਜ ਹੁਕਮ ਕਰੋ, ਛੇਤੀ ਦੇਣੇ ਹਾਜ਼ਰ ਹੋਏ, ਦਰਵਾਜ਼ੇ 'ਤੇ ਹੀ ਬੈਠੇ ਸਨ। ਭਾਈ ਗੁਰਮੁਖਾ ਚਾਦਰ ਧੋ ਕੇ ਲਿਆ ਹਾਂ, ਜਾ, ਇਉਂ ਆਖਿਆ ਮਹਾਰਾਜ ਨੇ। ਉਹ ਵੀ ਛੇਤੀ ਦੇਣੇ ਉੱਠੇ ਤੇ ਚਾਦਰ ਚੁੱਕ ਲਈ ਤੇ ਧੋਣ ਲਈ ਚੱਲ ਪਏ। ਤੇ ਸਾਧ ਸੰਗਤ ਉੱਥੇ ਨੇੜੇ ਜਲ ਜਿੱਥੇ ਪਾਣੀ ਦੇ ਲਈ ਬਣਾਇਆ ਹੋਇਆ ਸੀ ਟਿਕਾਣਾ, ਉੱਥੇ ਆ ਕੇ ਚਾਦਰ ਨੂੰ ਧੋਣ ਲੱਗ ਪਏ ਹਨ। ਬਸ ਉੱਥੇ ਆਉਣ ਲੱਗਿਆ ਭਾਈ ਲੈਣੇ ਨੂੰ, ਜਿਵੇਂ ਰਾਤ ਨਾ ਹੋਵੇ, ਅੱਧਾ ਦੁਪਹਿਰ ਹੋਵੇ, ਸਿਖਰ ਦੁਪਹਿਰ। ਸੇਵਾ ਵਾਲੇ ਤਾਂ ਹੀ ਆ, ਉਹ ਨਹੀਂ ਦਿਨ ਰਾਤ ਨਹੀਂ ਉਹਨਾਂ ਨੂੰ ਕੁਛ ਮੈਨੇ ਰਖਾਉਂਦਾ, ਦਿਨੇ ਵੀ ਰਾਤ ਨੂੰ ਵੀ ਇੱਦਾਂ ਹੀ ਕਰਦੇ ਸੇਵਾ। ਇਸ ਤਰੀਕੇ ਉਹਨਾਂ ਨੂੰ ਇਉਂ ਜਾਪਿਆ, ਕਵੀ ਜੀ ਕਹਿੰਦੇ ਮਾਨੋ
ਸੂਰਜ ਚੜ ਰਿਹਾ ਹੋਵੇ, ਲੱਖ ਲੈਣੇ ਮਨ ਅਜਰਜ ਸਮਤੁ। ਬੜੀ ਅਚਰਜਤਾ ਨਾਲ ਭਾਈ ਲਹਿਣਾ ਜੀ ਨੇ ਸੇਵਾ ਕੀਤੀ ਹੈ। ਇਸ ਕਾਰ ਚੈਨ ਲੈ ਆਵਾ। ਧੋ ਕੇ ਚਾਦਰ ਨੂੰ ਐਨ ਛੰਡ ਕੇ ਹਵਾ ਹਵਾ ਲਵਾ ਕੇ ਥੋੜ੍ਹੇ ਟਾਈਮ 'ਚ ਸੁੱਕ ਗਈ ਤੇ ਲੈ ਆਏ ਹਨ ਸਤਿਗੁਰੂ ਟੇਕ ਭਾਰ ਨਿਵਾਵਾ। ਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਲਿਆ ਕੇ ਚਾਦਰ ਰੱਖ ਦਿੱਤੀ, ਮੱਥਾ ਟੇਕ ਦਿੱਤਾ। ਮਹਾਰਾਜ ਆ ਲਓ ਜੀ ਚਾਦਰ। ਜਗਦੇਸ਼ਵਰ ਨੇ ਜੇ ਭਾਰ ਉਠਾਇਓ। ਸਤਿਗੁਰੂ ਮਹਾਰਾਜ ਜੀ ਨੇ ਆਪਣਾ ਹੱਥ ਚੁੱਕਿਆ। ਕਹਿ ਸੁਮਤੇ ਜਾਗਰ ਅਪਰ ਨਾ ਆਇਓ ਜਾਇਓ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਮਾਤਾ ਸੁਲੱਖਣੀ ਜੀ ਵੀ ਦੇਖ ਰਹੀ, ਸਾਹਿਬਜ਼ਾਦੇ ਵੀ ਦੇਖ ਰਹੇ। ਮਹਾਰਾਜ ਨੇ ਹੱਥ ਸਿਰ ਤੇ ਰੱਖ ਕੇ ਕਹਿੰਦੇ, ਲੈਣਿਆ ਜੱਗ ਦੇ ਵਿੱਚ ਤੇਰੇ ਵਰਗਾ ਨਹੀਂ ਕੋਈ ਜੰਮਿਆ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਆਹਾ ਹਾ, ਸੇਵਾ ਕਰਕੇ ਇਉਂ ਮਹਾਰਾਜ ਦੇ ਘਰੋਂ ਮਾਣ ਮਿਲਦਾ। ਕਹਿੰਦੇ ਦੁਨੀਆ 'ਚ ਨਹੀਂ ਜੰਮਿਆ ਕੋਈ ਤੇਰੇ ਵਰਗਾ, ਜੋ ਤੂੰ ਹੈ ਉਹ ਤੂੰ ਹੀ ਹੈ ਬਸ। ਇਉਂ ਮਹਾਰਾਜ ਨੇ ਆਖਿਆ। ਤੇ ਨਾਲ ਪੁੱਤਰਾਂ ਨੂੰ ਸੁਣਾ ਕੇ, ਭਾਈ ਲਹਿਣੇ ਨੂੰ ਸੁਣਾ ਕੇ ਆਖਿਆ, ਲੈਣਿਆ ਜਦੋਂ ਕੱਪੜਾ ਧੋ ਕੇ ਲਿਆਂਦਾ, ਬੇਟਾ ਰਾਤ ਕਿੰਨੀ ਕੁ ਸੀ, ਕਿੰਨਾ ਕੁ ਹਨੇਰਾ ਸੀ। ਤੇਰੀ ਗੱਲ ਤੂੰ ਜਾਣ ਬਖਾਨੇ। ਅੱਗੋਂ ਕਹਿੰਦੇ, ਮਹਾਰਾਜ ਤੇਰੀ ਗੱਲ ਤੂੰ ਹੀ ਜਾਣਦਾ, ਮੈਨੂੰ ਨਹੀਂ ਪਤਾ ਦਿਨ ਰਾਤ ਦਾ, ਸਭ ਤੇਰੀਆਂ ਖੇਡਾਂ। ਮੇਰੇ ਲਈ ਨਾ ਕੋਈ ਦਿਨ ਨਾ ਕੋਈ ਰਾਤ, ਮੇਰੇ ਪਾਤਸ਼ਾਹ ਮੇਰੇ ਲਈ ਤੇਰਾ ਹੁਕਮ ਹੈ ਸਭ ਕੁਝ ਆ ਬਸ। ਇਉਂ ਭਾਈ ਲਹਿਣੇ ਨੇ ਆਖਿਆ। ਸਤਿਗੁਰ ਕੈ ਜੋ ਵਸਤ ਹੈ ਭਾਗ ਜਿਸੇ ਕਰੋ ਪਾਏ। ਸਤਿਗੁਰੂ ਕਹਿੰਦੇ ਜਿਹੜੀ ਵਸਤੂ ਹੈ ਨਾ ਸੁਲੱਖਣੀ ਹੈ, ਜਿਹਦੇ ਭਾਗ ਮੱਥੇ ਤੇ ਲੱਗੀ ਆ ਉਹਨੂੰ ਮਿਲੂਗੀ। ਇਹ ਦਿਨ ਭਾਗਾ ਨਾ ਮਿਲਤ ਹੈ ਕੇਟ ਤਤਨ ਕਮਾਏ। ਕਹਿੰਦੇ ਭਾਗਾਂ ਬਿਨਾ ਕਰੋੜਾਂ ਹੀ ਯਤਨ ਕਰ ਲਏ, ਇਹ ਨਹੀਂ ਮਿਲਣੀ। ਕੋਈ ਆਖੇ ਜੀ ਮੈਂ ਬਹੁਤ ਵੱਡਾ ਸੇਵਾਦਾਰ ਹਾਂ, ਵੱਧ ਵੀ ਸੇਵਾ ਕਰ ਲਏ, ਇਹ ਨਹੀਂ ਮਿਲਣੀ। ਇਹ ਤੇ ਵਸਤੂ ਜਿਸ ਕੀ ਵਸਤ ਸੋਈ ਲੈ ਜਾਏਗਾ, ਜਿਹਦੀ ਹੈ ਨਾ ਉਹਨੂੰ ਇਹ ਮਿਲਣੀ ਹੈ। ਅਪਰ ਪ੍ਰਖਿਆ ਲੈਣ ਕੀ ਸਤਿਗੁਰ ਕੇ ਮਨ ਜਾਏ ਚਾਹੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਹੁਣ ਸਾਰੀਆਂ ਹੀ ਇਕੱਠੀਆਂ ਹੀ ਜੋੜ ਦਿੱਤੀਆਂ ਵੀ ਹੁਣ ਦਿਖਾ ਦਈਏ ਪਰਿਵਾਰ ਨੂੰ ਵੀ ਪ੍ਰੀਖਿਆ ਕਿਹੜੀ ਹੈ, ਕਿਵੇਂ ਭਾਈ ਲਹਿਣੇ ਨੂੰ ਵਸਤੂ ਮਿਲੀ। ਮਹਾਰਾਜ ਦੇ ਮਨ ਵਿੱਚ ਹਜੇ ਚਾਹਨਾ ਹੈ। ਇੱਕ ਦਿਨ ਸਿਖਰ ਕਰ ਬਲਤ ਉਬਿਆ ਤਾਂ ਟਿਕ ਆਏ। ਇੱਕ ਦਿਨ ਦੀ ਗੱਲ ਹੈ, ਸਿੱਖਣ ਕਰ ਬਲਤ। ਇੱਕ ਦਿਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਕਰਕੇ ਬਲੇ ਹੋਏ ਸਨ, ਭਾਵ ਆਲੇ ਦੁਆਲੇ ਸਿੱਖ ਬੈਠੇ ਸਨ ਤੇ ਭਾਈ ਲਹਿਣਾ ਜੀ ਵੀ ਆ ਗਏ ਹਨ। ਬੁੱਧੀ ਸੁਲੱਖਣੀ ਢਿੱਗ ਤੇ ਕਾਲਾ। ਮਾਤਾ ਸੁਲੱਖਣੀ ਜੀ ਵੀ ਕੋਲ ਬੈਠੇ ਸਨ। ਜਹਾ ਬਸ ਨੀਰ ਕਿਰਪਾਲਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਕੀਤਾ, ਇੱਕ ਭਾਂਡਾ ਨਾ ਬੈਠੇ, ਫਿਰ ਉੱਠ ਗਏ, ਗੱਲਾਂ ਬਾਤਾਂ ਜਿਹੀਆਂ ਕਰਨ ਲੱਗ ਗਏ। ਆਲੇ ਦੁਆਲੇ ਸਿੱਖ ਸਨ। ਮਹਾਰਾਜ ਨੇ ਇੱਕ ਨਾ ਭਾਂਡਾ ਲੈ ਲਿਆ ਜੀ, ਕਾਸ਼ੀ ਦਾ ਭਾਂਡਾ ਕਹਿਹਾਂ ਕਹਿ ਲੈਂਦੇ ਆ ਕਾਸ਼ੀ ਨੂੰ। ਬਾਣੀ 'ਚ ਵੀ ਆਉਂਦਾ, ਉਜਲ ਕਹਿਹਾਂ ਚਿਲਕਣਾ ਘੋਟਿਮ ਕਾਲੜੀ ਮੱਸ, ਧੋਤਿਆਂ ਜੂਠਣਾ ਉਤਰੈ ਜੇ ਸੋ ਤੋਂ ਵਾਂਤਿਸ। ਕਹਿਹਾਂ ਜਿਹੜੀ ਕਾਸ਼ੀ ਦਾ ਭਾਂਡਾ ਮਹਾਰਾਜ ਨੇ ਕਿਤੇ ਲਿਆ, ਹੱਥ ਵਿੱਚ ਫੜਿਆ ਹੈ ਲੋਟਾ। ਝੂਠ ਨੀਰ ਕਾਲਾ ਗੰਭੀਰਾ। ਮਹਾਰਾਜ ਨੇ ਤੁਰਦਿਆਂ ਕੋਲ ਨਾ ਜਿੱਥੇ ਪਾਣੀ ਸਾਰਾ ਧਰਮਸ਼ਾਲਾ ਦਾ ਇਕੱਠਾ ਹੋ ਜਾਂਦਾ ਇੱਕ ਥਾਂ ਦੇ ਉੱਤੇ, ਅੱਜ ਤੇ ਨਾਲੀਆਂ ਨੇ, ਸੀਵਰੇਜ ਨੇ, ਪਾਣੀ ਕਿਤੇ ਦਾ ਕਿਤੇ ਚਲਾ ਜਾਂਦਾ। ਪਹਿਲੇ ਟਾਈਮਾਂ ਵਿੱਚ ਇੱਦਾਂ ਹੁੰਦਾ ਵੀ ਇੱਕ ਥਾਂ 'ਤੇ ਪਾਣੀ ਇਕੱਠਾ ਕਰ ਲਿਆ ਜਾਂਦਾ, ਕੋਈ ਜੂਠਾ ਮਿੱਠਾ ਜੋ ਵੀ ਪਾਣੀ ਹੁੰਦਾ ਹੈ ਨਾ। ਅਤੇ ਉਹ ਇੱਕ ਵੱਡੀ ਜੀ ਕਹਿ ਲਓ ਕਿ ਥਾਂ ਸੀ ਜਿੱਥੇ ਸਾਰਾ ਪਾਣੀ ਇਕੱਠਾ ਹੁੰਦਾ ਸੀ। ਗੁਰੂ ਨਾਨਕ ਦੇਵ ਜੀ ਨੇ ਇੱਦਾਂ ਲੋਟਾ ਜਿਹਾ ਫੜਿਆ, ਹੱਥ 'ਚ ਹਿਲਾਉਂਦੇ, ਅਤੇ ਮਹਾਰਾਜ ਨੇ ਇੱਦਾਂ ਕਰਦੇ ਕਰਦੇ ਲੋਟਾ ਜਿਹਾ ਮਹਾਰਾਜ ਨੇ ਜਾਣ ਕੇ ਹੀ ਪਾਣੀ ਉਹ ਲੋਟਾ ਚਿੱਕੜ ਵਿੱਚ ਸੁੱਟ ਦਿੱਤਾ ਹੈ। ਮਹਾਰਾਜ ਕਹਿੰਦੇ ਓਹੋ ਭਾਈ, ਇੱਥੇ ਲੋਟਾ ਪਾਣੀ 'ਚ ਡਿੱਗ ਪਿਆ। ਕੋਲ ਦੋਵੇਂ ਪੁੱਤਰ ਖੜੇ ਸਨ, ਸ਼੍ਰੀ ਚੰਦ ਜੀ, ਲਖਮੀ ਦਾਸ ਜੀ। ਬਾਬਾ ਸ਼੍ਰੀ ਚੰਦ ਜੀ ਨੂੰ ਮਹਾਰਾਜ ਨੇ ਆਖਿਆ, ਬੇਟਾ ਸ਼੍ਰੀ ਚੰਦ ਦਾ ਭਾਂਡਾ ਡਿੱਗ ਪਿਆ ਚਿੱਕੜ ਵਿੱਚ, ਭਾਈ ਬੇਟਾ ਕੋਈ ਤੁਹਾਡੇ ਦੋਵਾਂ 'ਚੋਂ ਹੀ ਆ ਬਾਟਾ ਚੁੱਕ ਕੇ ਲਿਆਓ।
ਇਹਨੂੰ ਨਾ ਪੁੱਤਰ ਲਖਮੀ ਦਾਸ ਸ਼੍ਰੀ ਚੰਦ ਇਉਂ ਕਰੋ, ਕੱਢ ਕੇ ਲਿਆਓ ਇਹਨੂੰ ਚੰਗੀ ਤਰ੍ਹਾਂ ਧੋ ਕੇ ਮਾਂਜ ਕੇ ਸ਼ੁੱਧ ਕਰਕੇ ਲਿਆਓ ਮੇਰੇ ਕੋਲ ਦੁਬਾਰਾ। ਸੋ ਸੁਨ ਕੇ ਬੋਲਿਓ ਬਚਨ ਗੁਰਬੋ ਬੋਲੇ ਧੀਰ। ਅੱਗੋਂ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਮਹਾਰਾਜ ਸੋਹਣੇ ਅਸੀਂ ਪਾਏ, ਪਤਾ ਕਿੰਨੇ ਮਹਿੰਗੇ ਆ ਇਹ, ਬਹੁਤ ਕੀਮਤੀ ਵਸਤਰ ਹਨ ਜੀ। ਇੱਕ ਛੋਟਾ ਜਿਹਾ ਗੰਦਾ ਜਿਹਾ ਭਾਂਡਾ, ਇਹਨੂੰ ਲੈਣ ਲਈ ਮਹਾਰਾਜ ਜੀ ਚਿੱਕੜ 'ਚ ਵੜਨ ਦੀ ਕੀ ਲੋੜ ਹੈ? ਹੋਰ ਬਥੇਰੇ ਭਾਂਡਿਆਂ ਦੀ ਕਮੀ ਹੈ ਇੱਥੇ, ਢੇਰ ਲੱਗ ਜਾਏਗਾ ਇਦਾਂ ਦੇ ਭਾਂਡਿਆਂ ਦਾ। ਮਹਾਰਾਜ ਆ ਬਥੇਰੇ ਸੇਵਕ ਹਨ। ਮਹਾਰਾਜ ਜੇ ਤੁਸੀਂ ਕਹੋ ਆ ਦੇਖੋ ਇਹਨਾਂ ਤੋਂ ਕਢਾ ਲਈਏ, ਸਿੱਖਾਂ ਸੇਵਕਾਂ ਤੋਂ। ਮਹਾਰਾਜ ਮੇਰੇ ਕੱਪੜੇ ਦੇਖੋ ਕਿੰਨੇ ਸੋਹਣੇ ਆ ਪਿਤਾ ਜੀ, ਇਹ ਲਿਬੜ ਜਾਣਗੇ, ਇਹਨਾਂ ਨੂੰ ਕਹਿ ਦਿਓ ਤੁਸੀਂ। ਹਾਂ ਜੇ ਮੈਂ ਹੁਣ ਕੱਢਾਂਗਾ ਜੀ, ਚਿੱਕੜ 'ਚ ਵੜਾਂਗਾ, ਲਿਬੜ ਜਾਵਾਂਗਾ, ਮੇਰੀ ਮਹਿਮਾ ਘਟ ਜਾਏਗੀ, ਸ਼ੋਭਾ ਘਟ ਜਾਏਗੀ ਜੀ। ਇਉਂ ਸੁਣ ਕੇ ਗੁਰੂ ਜੀ ਨੇ ਫਿਰ ਆਪਣੇ ਦੂਜੇ ਪੁੱਤਰ ਭਾਈ ਲਖਮੀ ਦਾਸ ਜੀ ਨੂੰ ਆਖਿਆ, ਕੀ ਕਹਿੰਦੇ ਸੁਣੋ, ਬੇਟਾ ਜੀ ਤੁਸੀਂ ਕੱਢ ਦਿਓ ਇਹ ਲੋਟਾ ਪਾਣੀ ਵਿੱਚੋਂ, ਇਹਨੂੰ ਚੰਗੀ ਤਰ੍ਹਾਂ ਮਾਂਜ ਕੇ ਸ਼ੁੱਧ ਕਰ ਲਓ ਸੁੱਚਾ। ਉਹਨਾਂ ਨੇ ਵੀ ਅੱਗੋਂ ਆਖਿਆ, ਮਹਾਰਾਜ ਜੀ ਤੁਹਾਨੂੰ ਸਭ ਪਤਾ ਹੈ, ਤੁਸੀਂ ਸਭ ਜਾਣਦੇ ਹੋ, ਬਥੇਰੀ ਸਿਆਣਪ ਹੈ ਤੁਹਾਡੇ ਕੋਲ। ਮਹਾਰਾਜ ਜੀ ਗੰਦੇ ਜੇ ਕੰਮ ਸਾਡੇ ਤੋਂ ਕਰਵਾਈ ਜਾਂਦੇ ਹੋ, ਇਹ ਕੋਈ ਪਰਖ ਹੈ? ਕੋਈ ਚੱਜ ਦੀ ਪਰਖ ਕਰੋ ਸਾਡੀ ਜੇ ਕਰਨੀ ਹੈ। ਕਿਉਂ ਤੇ ਸਾਡਾ ਮਾਣ ਬੜਾ ਘਟ ਜਾਣਾ, ਲੋਕਾਂ ਵਿੱਚ ਇੱਜ਼ਤ ਥੋੜਾ ਰਹਿ ਜਾਣੀ ਹੈ। ਲੋਕਾਂ ਨੇ ਕਹਿਣਾ ਦੇਖੋ ਗੰਦੇ ਟੋਇਆਂ 'ਚ ਵੜਦੇ ਫਿਰਦੇ ਸੀ ਗੁਰੂ ਜੀ ਦੇ ਪੁੱਤਰ। ਇਹ ਤੁਹਾਡਾ ਸੁਭਾਅ ਹੈ। ਮਹਾਰਾਜ ਜੀ ਤੁਸੀਂ ਆਖੋ ਕਹੀ ਚਲੋ ਤੁਸੀਂ, ਪਰ ਸਾਡੇ ਤੋਂ ਨਹੀਂ ਇਹ ਕੰਮ ਹੋਣਾ। ਉਸ ਵੇਲੇ ਭਾਈ ਲਹਿਣੇ ਵੱਲ ਨੂੰ ਮਹਾਰਾਜ ਨੇ ਦੇਖਿਆ ਤੇ ਉਹਦੇ ਵੱਲ ਵੇਖ ਕੇ ਵਚਨ ਕੀਤਾ, ਉਹ ਭਾਈ ਭਾਗਾਂ ਵਾਲਿਆ ਗੁਰਮੁਖਾ, ਉਹ ਰੱਬ ਦੇ ਪਿਆਰਿਆ, ਆ ਦੇਖ ਚਿੱਕੜ ਦੇ ਵਿੱਚ, ਆ ਚਿੱਕੜ ਵਿੱਚ ਲੋਟਾ ਡਿੱਗ ਪਿਆ, ਇਹਨੂੰ ਚੁੱਕ ਕੇ ਧੋ ਕੇ ਚੰਗੀ ਤਰ੍ਹਾਂ ਸਾਫ ਸੁਥਰਾ ਕਰਕੇ ਲਿਆ ਬਈ। ਉਹਨੇ ਵੀ ਬੜੇ ਸੋਹਣੇ ਕੱਪੜੇ ਪਾਏ ਹੋਏ ਸਨ, ਬਹੁਤ ਕੀਮਤੀ, ਕਿਸੇ ਸੰਗਤ ਦੇ ਵਿੱਚੋਂ ਕੋਈ ਗੁਰਮੁਖ ਪਿਆਰਾ ਦੇ ਗਿਆ ਸੀ ਵਸਤਰ, ਸਾਰੇ ਸਿੱਖਾਂ ਨੂੰ ਵੀ ਦੇ ਗਿਆ ਸੀ, ਗੁਰੂ ਜੀ ਦੇ ਸਾਹਿਬਜ਼ਾਦਿਆਂ ਨੂੰ ਵੀ ਦੇ ਗਿਆ ਸੀ, ਹਜੇ ਸਾਰਿਆਂ ਨੇ ਪਾਏ ਸਨ ਸੋਹਣੇ ਸੋਹਣੇ ਵਸਤਰ। ਉਹ ਕੱਪੜੇ ਕੀ ਮੈਨੇ ਰਖਾਉਂਦੇ ਗੁਰੂ ਜੀ ਦੀ ਆਗਿਆ ਦੇ ਲਈ, ਉਹਨੇ ਦੇਰ ਨਹੀਂ ਲਾਈ ਗੁਰੂ ਜੀ ਦੇ ਬਚਨ ਨੂੰ ਸੁਣ ਕੇ, ਬਸ ਮਾਰੀ ਛਾਲ ਚਿੱਕੜ ਦੇ ਵਿੱਚ ਜਾ ਪਹੁੰਚਿਆ ਹੈ ਭਾਈ ਲਹਿਣਾ। ਤਾਂ ਸਾਧ ਸੰਗਤ ਜੀ ਆਗਿਆ ਅਨੁਸਾਰ ਅੰਦਰ ਗਿਆ, ਭਾਂਡਾ ਕੱਢ ਲਿਆਇਆ, ਬੜੀ ਚੰਗੇ ਤਰੀਕੇ ਨਾਲ ਮਾਂਜ ਕੇ ਧੋ ਲਿਆਂਦਾ। ਕੱਪੜੇ ਵੀ ਮਲੀਨ ਮੈਲੇ ਹੋ ਗਏ ਚਿੱਕੜ ਨਾਲ, ਅੰਗ ਕੋਈ ਦਿਖਦਾ ਹੀ ਨਹੀਂ, ਸਰੀਰ ਸਾਰੇ ਪਾਸੇ ਪਾਣੀ ਗੰਦਾ ਜਿਹਾ ਲੱਗ ਗਿਆ। ਸਾਰਾ ਕੁਝ ਦੇਖ ਕੇ ਨਾ ਹੈਰਾਨ ਰਹਿ ਗਏ। ਸਾਰੇ ਕਹਿੰਦੇ ਧੰਨ ਹੈ ਬਈ, ਧੰਨ ਹੈ ਭਾਈ, ਧੰਨ ਹੈ ਤੈਂ ਭਾਈ ਲਹਿਣਾ ਜੀ। ਕਹਿੰਦੇ ਬਈ ਸਿੱਖੀ ਤੇ ਖੰਡੇ ਨਾਲੋਂ ਤਿੱਖੀ ਆ, ਆਹਾ ਗੁਰਸਿੱਖੀ ਬਾਰੀਕ ਹੈ, ਖੰਡੇ ਤਾਰ ਗਲੀ ਅਤ ਪੀੜੀ, ਬੜੀ ਔਖੀ ਹੈ ਕਮਾਉਣੀ ਖਾਲਸਾ ਜੀ। ਧੰਨ ਜਿਹੜੇ ਪਹੁੰਚ ਜਾਣ ਉਹਦੇ ਨੇੜੇ। ਬਹੁਤ ਖੁਸ਼ ਹੋਏ। ਅੱਗੋਂ ਗੁਰੂ ਜੀ ਨੇ ਫਿਰ ਬਚਨ ਕੀਤੇ, ਜਿਹੜੇ ਵਚਨ ਕੀਤੇ ਔਰ ਜੋ ਪਰਖ ਹੋਰ ਹੋਈ ਉਹ ਆਪਾਂ ਅੱਗੇ ਕੱਲ੍ਹ ਨੂੰ ਸਰਵਣ ਕਰਾਂਗੇ। ਇੱਥੇ ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਵੱਧ ਤੋਂ ਵੱਧ ਸੰਗਤਾਂ ਗੁਰੂ ਘਰ ਪਹੁੰਚਿਆ ਕਰੋ। ਇਹ ਸਾਡਾ ਜੋ
ਸ਼ਾਮ ਦੀ ਕਥਾ ਦਾ ਸਮਾਂ ਹੈ 5 ਤੋਂ 6। ਆਪ ਵੀ ਆਓ, ਹੋਰਨਾਂ ਨੂੰ ਵੀ, ਤੇ ਜਿਹੜੇ ਸੰਗਤ ਆ ਸਕਦੀ ਉਹ ਵੀ ਆਵੇ, ਨਹੀਂ ਤੇ ਫੇਸਬੁੱਕ ਉੱਤੇ ਪੇਜ ਬਣਿਆ ਗੁਰਦੁਆਰਾ ਨਾਢਾ ਸਾਹਿਬ, ਉਹਦੇ ਉੱਤੇ ਵੀ ਆਪ ਜੀ ਇਹ ਸਾਰੀ ਕਥਾ ਲਾਈਵ ਸੁਣ ਸਕਦੇ ਹੋ, ਪਾਈ ਜਾਇਆ ਕਰੇਗੀ। ਸੋ ਸੰਗਤਾਂ ਵੱਧ ਤੋਂ ਵੱਧ ਜੁੜੋ, ਆਪ ਜੁੜੋ, ਹੋਰਨਾਂ ਨੂੰ ਵੀ ਜੋੜੋ, ਗੁਰੂ ਵਾਲੇ ਬਣੋ ਜੀ। ਹੋਈਆਂ ਭੁੱਲਾਂ ਦੀ ਖਿਮਾ। ਹੇ ਅਚੁੱਤ ਹੈ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ਼, ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ, ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ, ਹੈ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ।